एक ओंकार सत नाम करता पुरख निर्भउ निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच हम अब गुण परे एक गुण नहीं अमृत छाड़ बिखै बिख खाई माया मोह भरम पै भूले सुत दारा स्यों प्रीत लगाई एक उत्तम पंथ सुनियो गुर संगत तिह मिलंत जम त्रास मिटाई एक अरदास पाठ कीरत की गुरु रामदास रखो शरणाई मुख उचरै शास्त्र खट पिंग गिरन चढ़ जाए अंध लखै बदरो सुनै जो काल कृपा कराए अम्य दृष्ट शुभ करै हरै अग पाप सकल मल काम क्रोध अर लोभ मोह वश करै सबै बल सदा सुख मन वसै दुख संसार खोवै गुर नवनिध दरियाओ जन्म हम कालख तोवै सो कहो टल गुर सेवियै अहनिस सहज सुभाए दर्शन परसै गुरु कै जन्म मरण दुख जाए
ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾਂ। ਮਨ ਰੇ ਕੌਣ ਕੁਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, RAM ਭਗਤ ਨਹਿ ਕੀਨੀ। ਮਨ ਰੇ ਕੌਣ ਕੁਮਤ ਤੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, RAM ਭਗਤ ਨਹਿ ਕੀਨੀ। ਰਹਾਉ ਮੁਕਤ ਪੰਥ ਜਾਣਿਓ ਤੈ ਨਾਹਨ, ਧਨ ਜੋਰਨ ਕਉ ਧਾਇਆ, ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਨਾ ਹਰਿ ਭਜਿਓ ਨਾ ਗੁਰ ਜਨ ਸੇਵਿਓ, ਨਹਿ ਉਪਜਿਓ ਕਛ ਗਿਆਨਾ, ਘਟ ਹੀ ਮਾਹਿ ਨਿਰੰਜਨ ਤੀਰੈ, ਤੈ ਖੋਜਤ ਉਦਿਆਨਾ। ਬਹੁਤ ਜਨਮ ਭਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ, ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਬਹੁਤ ਜਨਮ ਭਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ, ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਸਾਗਰ, ਜਾਗਦੀ ਜੋਤ, 10 ਪਾਤਸ਼ਾਹੀਆਂ ਦੇ ਆਤਮਕ ਸਵਰੂਪ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਸਤ ਸੰਗਤ ਦੀਆਂ ਇਹ ਪਵਿੱਤਰ ਕੜੀਆਂ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਨਾਲ ਜੁੜਨ ਲਈ ਆਪਾਂ ਨੂੰ ਪ੍ਰਾਪਤ ਹੋਈਆਂ ਨੇ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਜੀ ਹਜ਼ੂਰ ਜੋ ਆਪਣੀ ਬਾਣੀ ਦੁਆਰਾ ਹਜ਼ੂਰ ਸਾਨੂੰ ਸਿੱਖਿਆ ਦਿੰਦੇ ਹੈ, ਜੀਵਨ ਦੇ ਜਿਉਣ ਦੀ ਮਹਾਰਾਜ ਜੁਗਤ ਦੱਸਦੇ ਹੈ। ਰਾਗ ਸੋਰਠ ਦੇ ਅੰਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪਵਿੱਤਰ ਦਿੱਤਾ ਹੋਇਆ ਉਪਦੇਸ਼ ਆਪਾਂ ਸਰਵਣ ਕਰ ਰਹੇ ਹਾਂ। 2 ਸ਼ਬਦ ਸੰਪੂਰਨ ਹੋਏ ਨੇ। ਤੀਸਰਾ ਸ਼ਬਦ ਰਾਗ ਸੋਰਠ ਦਾ ਸਤਿਗੁਰੂ ਜੀ ਦੇ ਸ਼੍ਰੀ ਕੰਠ ਤੋਂ ਉਚਾਰਨ ਹੋਇਆ ਪਵਿੱਤਰ ਉਪਦੇਸ਼ ਅੱਜ ਸਾਧ ਸੰਗਤ ਜੀ ਛੋਟਾ ਘੱਲੂਘਾਰਾ ਇਹ ਪੰਥ ਦੇ ਅੰਦਰ ਸ਼ਹੀਦਾਂ ਦੀ ਯਾਦ ਨੂੰ ਮਨਾਇਆ ਜਾਂਦਾ ਹੈ। ਕਾਨੂੰ ਆਉਣ ਦਾ ਸ਼ੰਭ ਬਹੁਤ ਖਾਲਸੇ ਦਾ ਵੱਡਾ ਨੁਕਸਾਨ ਹੋਇਆ। ਇਹ ਜੋ ਲਖਪਤ ਰਾਏ ਸੀਗਾ, ਇਸ ਨੇ ਬਹੁਤ ਭਾਰੀ ਫੌਜ ਲਾਹੌਰ ਤੋਂ ਚੜ੍ਹਾ ਕਰਕੇ ਸਿੰਘਾਂ ਦੇ ਨਾਲ ਜਿਹੜਾ ਸੀ ਇੱਥੇ ਜੰਗ ਕੀਤਾ ਤੇ ਬਹੁਤ ਵੱਡਾ ਸਿੰਘਾਂ ਦਾ ਨੁਕਸਾਨ ਹੋਇਆ। ਇਹਦਾ ਕਾਰਨ ਇਤਿਹਾਸ ਨੇ ਜ਼ਿਕਰ ਕੀਤਾ ਹੈ ਕਿ ਸਿੰਘਾਂ ਦਾ ਇੱਕ ਜਥਾ ਗੁਰਦੁਆਰਾ ਰੋੜੀ ਸਾਹਿਬ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਯਾਦਗਾਰ
ਜਿੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਵਾਹਿਗੁਰੂ ਜੀ ਦੇ ਨਾਮ ਵਿੱਚ ਜੁੜ ਕਰਕੇ ਬੰਦਗੀ ਕਰਨ ਦੀ ਸਾਨੂੰ ਮਹਾਰਾਜ ਜੀ ਨੇ ਜਾਚ ਦੱਸੀ, ਜੋ ਭਾਈ ਗੁਰਦਾਸ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ। ਰੇਤ ਅੱਖ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ। ਗੁਰਦੁਆਰਾ ਸਾਹਿਬ ਦਾ ਨਾਮ ਹੀ ਗੁਰਦੁਆਰਾ ਰੋੜੀ ਸਾਹਿਬ ਹੈ। ਜਦੋਂ ਬਾਬਰ ਦੀ ਫੌਜ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪਕੜ ਲਿਆ ਸੀਗਾ, ਉਸ ਸਮੇਂ ਹਜੂਰ ਇੱਥੇ ਹੀ ਰੋੜੀ ਸਾਹਿਬ ਵਾਲੇ ਅਸਥਾਨ 'ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਸਜੇ ਹੋਏ ਸਨ। ਸਤਿਗੁਰਾਂ ਜੀ ਦੀ ਇਹ ਪਵਿੱਤਰ ਯਾਦਗਾਰ ਸ਼ੇਰੇ ਪੰਜਾਬ ਜੀ ਨੇ ਆਪਣੇ ਵਕਤ ਵਿੱਚ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਦੀ ਸਰੋਵਰ ਦੀ ਸੇਵਾ ਕੀਤੀ। ਪਾਕਿਸਤਾਨ ਦੇ ਅੰਦਰ ਇਹ ਸਤਿਗੁਰੂ ਜੀ ਦਾ ਅਸਥਾਨ ਹੈ। ਕਈ ਮਹੀਨਿਆਂ ਤੋਂ ਭੁੱਖੇ ਸਿੰਘ ਜਦੋਂ ਗੁਰਦੁਆਰਾ ਰੋੜੀ ਸਾਹਿਬ ਦਰਸ਼ਨ ਦੀਦਾਰ ਕੀਤੇ, ਕੁਝ ਰਸਤ ਪ੍ਰਾਪਤ ਹੋਣ ਕਰਕੇ ਸਿੰਘਾਂ ਨੇ ਇੱਥੇ ਲੰਗਰ ਤਿਆਰ ਕੀਤਾ। ਇਹ ਲਖਪਤ ਰਾਏ ਦਾ ਵੱਡਾ ਭਰਾ ਜਸਪਤ ਰਾਏ ਇੱਥੋਂ ਦਾ ਹਾਕਮ ਸੀ। ਉਹਨੂੰ ਖਬਰ ਲੱਗੀ, ਆਪਣੇ ਹਕੂਮਤ ਦੇ ਨਸ਼ੇ ਵਿੱਚ ਸਿੰਘਾਂ 'ਤੇ ਚੜ੍ਹ ਆਇਆ। ਪਹਿਲੋਂ ਸੁਨੇਹਾ ਭੇਜਿਆ ਕਿ ਤੁਹਾਨੂੰ ਕਿਵੇਂ ਹੌਸਲਾ ਪੈ ਗਿਆ ਮੇਰੇ ਇਲਾਕੇ ਵਿੱਚ ਆ ਕਰਕੇ ਫਿਰਨ ਦਾ। ਸਿੰਘਾਂ ਨੇ ਬੜੀ ਨਿਮਰਤਾ ਨਾਲ ਹੀ ਆਖਿਆ ਕਿ ਅਸੀਂ ਕੁਝ ਸਮੇਂ ਲਈ ਰੁਕੇ ਹਾਂ। ਸਿੰਘਾਂ ਨੂੰ ਕੜਾਕੇ ਹੈ, ਭਾਵ ਕਈਆਂ ਚਿਰਾਂ ਦੇ ਭੁੱਖੇ ਹੈ ਸਿੰਘ। ਲੰਗਰ ਤਿਆਰ ਕੀਤਾ ਅਤੇ ਲੰਗਰ ਛਕਣ ਤੋਂ ਉਪਰੰਤ ਅਸੀਂ ਚਲੇ ਜਾਵਾਂਗੇ। ਉਹਨੇ ਸੋਚਿਆ ਕਿ ਡਰਦੇ ਹੈ, ਕਿਉਂਕਿ ਕਈ ਵਾਰ ਮੂਰਖ ਆਦਮੀ ਸਿਆਣਾ ਲੜਾਈ ਟਾਲਣਾ ਚਾਹੁੰਦਾ ਹੁੰਦਾ ਹੈ। ਸਤਿਗੁਰਾਂ ਜੀ ਨੇ ਇਹ ਆਗਿਆ ਕੀਤੀ ਹੈ ਨਾ ਆਪਣੇ ਖਾਲਸੇ ਨੂੰ ਕਿ ਕਦੇ ਵੀ ਖੂਨ ਖਰਾਬਾ ਨਹੀਂ ਕਰਨਾ, ਕਿਸੇ ਨਾਲ ਕਿਸੇ ਪ੍ਰਕਾਰ ਕੋਈ ਵਾਧਾ ਨਹੀਂ ਕਰਨਾ, ਬਿਨਾਂ ਕਾਰਨ ਤੋਂ ਸ਼ਸਤਰ ਨਹੀਂ ਉਠਾਉਣਾ। ਸਾਰੇ ਹੀ ਹੀਲੇ ਜਦੋਂ ਮੁੱਕੀ ਜਾਣ, ਕੋਈ ਰਾਹ ਰਹੇ ਹੀ ਨਾ, ਫਿਰ ਮਹਾਰਾਜ ਕਹਿੰਦੇ ਸ਼ਸਤਰ ਉਠਾਉਣਾ ਧਰਮ ਹੈ। ਜਿਹੜਾ ਉਦੋਂ ਵੀ ਨਾ ਸ਼ਸਤਰ ਉਠਾਵੇ ਫਿਰ ਉਹਨੂੰ ਹਜੂਰ ਨੇ ਕਾਇਰ ਕਿਹਾ ਹੈ। ਸਿੰਘਾਂ ਨੇ ਨਿਮਰਤਾ ਨਾਲ ਆਖਿਆ ਤੇ ਉਹਨ ਸਮਝਿਆ ਕਿ ਤਾਂ ਮੈਥੋਂ ਡਰਦੇ ਐ। ਫਿਰ ਚੜ੍ਹ ਕੇ ਆ ਗਿਆ, ਕਹਿਣ ਲੱਗਾ ਹੁਣ ਭੱਜਿਆਂ ਨੂੰ ਕਿੱਥੇ ਜਾਣ ਦਿਆਂਗਾ। ਫਿਰ ਵੀ ਸਿੰਘਾਂ ਨੇ ਕਿਹਾ ਕਿ ਅਸੀਂ ਕੋਈ ਸਾਡਾ ਤੇਰੇ ਨਾਲ ਕੋਈ ਝਗੜਾ ਨਹੀਂ, ਇੱਥੇ ਗੁਰੂ ਅਸਥਾਨ 'ਤੇ ਅਸੀਂ ਬੈਠੇ ਆ ਕਰਕੇ ਤੇ ਲੰਗਰ ਛਕ ਕੇ ਅਸੀਂ ਚਲੇ ਹੀ ਜਾਣਾ। ਪਰ ਇਹ ਜਸਪਤ ਰਾਏ ਹਕੂਮਤ ਦੇ ਨਸ਼ੇ ਵਿੱਚ ਆ ਕਰਕੇ ਇਹਨੇ ਬਹੁਤ ਇਹੋ ਜਿਹੇ ਬੋਲ ਕਹੇ ਕਿ ਜਿਹੜੀਆਂ ਗੱਲਾਂ ਖਾਲਸੇ ਦੇ ਰਿਦੇ ਨੂੰ ਚੀਰ ਦੇਣ, ਧਰਮ ਨੂੰ ਠੇਸ ਪਹੁੰਚਾਉਣ ਵਾਲੀਆਂ ਗੱਲਾਂ ਜਦੋਂ ਕਹੀਆਂ, ਅਣਖ ਤੇ ਗੈਰਤ ਨੂੰ ਹੱਥ ਪਾਉਣ ਵਾਲੀਆਂ ਗੱਲਾਂ ਜਦੋਂ ਕਹੀਆਂ। ਭਾਈ ਮਨੀ ਸਿੰਘ ਸਾਹਿਬ ਜੀ ਦਾ ਨਰਾਦਰ ਕਰਦਿਆਂ ਹੋਇਆਂ ਕਿਹਾ ਕਿ ਕੀ ਕਰ ਲਿਆ ਸੀ ਤੁਸੀਂ ਜਦੋਂ ਤੁਹਾਡੇ ਜਥੇਦਾਰ ਦਾ ਬੰਦ ਕੱਟ ਕੇ ਮਾਰਿਆ ਸੀ, ਜਦੋਂ ਕੇਸਾਂ ਦੇ ਰੱਸੇ ਵੱਟ ਕੇ ਲਾਹੌਰ ਦਰਬਾਰ ਵਿੱਚ ਅਸੀਂ ਸਜਾਏ ਸੀ। ਫਿਰ ਤੁਹਾਨੂੰ ਵੀ ਹੁਣ ਮਾਰ ਕੇ ਤੁਹਾਡੇ ਕੇਸਾਂ ਦੇ ਰੱਸੇ ਵੱਟ ਕੇ ਮੈਂ ਲਾਹੌਰ ਦਰਬਾਰ ਵਿੱਚ ਭੇਜਾਂਗਾ। ਬਸ ਭਾਈ ਮਨੀ ਸਿੰਘ ਸਾਹਿਬ ਦਾ ਨਰਾਦਰ ਕਰਨ ਦੀ ਗੱਲ ਸੀ। ਖਾਲਸੇ ਨੂੰ ਰੋਹ ਆ ਗਿਆ। ਲੰਗਰ ਦੀਆਂ ਦੇਗਾਂ ਉਵੇਂ ਪਈਆਂ ਰਹਿ ਗਈਆਂ। ਗਾਤਰੇ ਤੋਂ ਸ੍ਰੀ ਸਾਹਿਬਾਂ ਖਿੱਚ ਕੇ ਖਾਲਸੇ ਨੇ ਜਕਾਰੇ ਛੱਡਦਿਆਂ ਹੋਇਆਂ ਇਹੋ ਜਿਹਾ ਹੱਲਾ ਬੋਲਿਆ, ਲਹੂ ਡੋਲਵੀਂ ਲੜਾਈ ਉੱਥੇ ਹੋਈ। ਭਾਵੇਂ ਕਿ ਬਹੁ ਗਿਣਤੀ ਵਿੱਚ ਫੌਜ ਸੀਗੀ ਤੇ ਭਾਈ ਨਡਾੜੂ ਸਿੰਘ ਜੀ ਨੇ ਹਾਥੀ ਦੀ ਪੂਛ ਪਕੜ ਕੇ, ਜਿਸ ਹਾਥੀ ਦੀ ਅੰਬਾਰੀ ਵਿੱਚ ਜਸਪਤ ਰਾਏ ਬੈਠਾ ਹੋਇਆ ਬਹੁਤ ਜ਼ਿਆਦਾ ਹਕੂਮਤ ਦਾ ਮਾਣ ਕਰਦਾ ਆਪਣੀ ਫੌਜ ਨੂੰ ਅਗਵਾਈ ਦੇ ਰਿਹਾ ਸੀ,
ਇੱਕ ਛਿਨ 'ਚ ਹੀ ਉਹਦਾ ਸਿਰ ਕੱਦੂ ਵਾਂਗੂ ਲਾਹ ਕੇ ਧਰਤੀ ਤੇ ਸੁੱਟ ਦਿੱਤਾ। ਜਦੋਂ ਜਸਪਤ ਰਾਏ ਨੂੰ ਮਰਿਆ ਵੇਖਿਆ, ਸਭ ਫੌਜਾਂ ਦੌੜ ਗਈਆਂ। ਇਹਦਾ ਭਰਾ ਜਿਹੜਾ ਲਖਪਤ ਰਾਏ ਸੀ, ਜਿਹਨੂੰ ਖਾਲਸੇ ਨੇ ਲੱਖੂ ਕਿਹਾ, ਇਹ ਲਾਹੌਰ ਦਰਬਾਰ ਵਿੱਚ ਫਿਰ ਇਸ ਨੇ ਤੁਹਾਈਆ ਕੀਤਾ ਕਿ ਮੈਂ ਸਿੱਖ ਧਰਮ ਨਸ਼ਟ ਕਰ ਦਿਆਂਗਾ। ਜਦੋਂ ਇਸ ਨੇ ਇੰਨਾ ਜ਼ਿਆਦਾ ਜ਼ੁਲਮ ਦੀ ਹਨੇਰੀ ਝੁਲਾ ਦਿੱਤੀ, ਸਿੱਖਾਂ ਦੇ ਬੀਬੀਆਂ ਦੇ ਬੱਚਿਆਂ ਦੇ ਸਿਰਾਂ ਦੇ ਮੁੱਲ ਪੈਣ ਲੱਗ ਪਏ। ਸਵਾ ਮਣ ਦਾ ਪੀਸਣਾ ਪਿਆ। ਬੱਚਿਆਂ ਦੇ ਟੋਟੇ ਕਰ ਦਿੱਤੇ। ਜਿਹੜਾ ਆਪਾਂ ਅਰਦਾਸ ਵਿੱਚ ਚੇਤੇ ਕਰਦੇ ਆ ਨਾ, ਜਿਨ੍ਹਾਂ ਮਾਈਆਂ ਬੀਬੀਆਂ ਨੇ ਬੱਚਿਆਂ ਦੇ ਜਿਹੜੇ ਸੀ ਟੋਟੇ ਕਰਵਾ ਕੇ ਆਪਣੀ ਝੋਲੀ 'ਚ ਪਵਾ ਲਵੇ ਤੇ ਬੱਚਿਆਂ ਦੇ ਟੋਟਿਆਂ ਦੇ ਹਾਰ ਆਪਣੇ ਗਲ ਵਿੱਚ ਪਵਾ ਲਏ, ਖੰਨੀ ਰੋਟੀ ਤੇ ਗੁਜ਼ਾਰਾ ਕੀਤਾ। ਸਵਾ ਮਣ ਦਾ ਪੀਸਿਆ। ਇਹ ਜ਼ਾਲਮ ਲੱਖੂ ਨੇ ਹੀ ਜ਼ੁਲਮ ਦੀ ਹਨੇਰੀ ਝੁਲਾਈ ਸੀ। ਤਾਂ ਉਹ ਸਿਦਕੀ ਬੀਬੀਆਂ ਫਿਰ ਵੀ ਸਿਦਕ ਰੱਖਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸਿੱਖੀ ਵਿੱਚ ਆਪਣੇ ਮਨ ਦੀ ਪ੍ਰੀਤ ਲਾਈ ਰੱਖੀ। ਮਨ ਦੇ ਅੰਦਰ ਇਹ ਭਾਵਨਾ ਕਿ ਮਹਾਰਾਜ ਆਪ ਨੇ ਮੇਰਾ ਪੁੱਤਰ ਬਚਪਨ ਵਿੱਚ ਹੀ ਆਪਣੇ ਚਰਨਾਂ 'ਚ ਪ੍ਰਵਾਨ ਕਰ ਲਿਆ। ਹੋ ਸਕਦਾ ਕਿ ਵੱਡਾ ਹੋ ਕੇ ਸਿੱਖੀ ਤੋਂ ਨਾ ਕਿਤੇ ਬੇਮੁਖ ਹੋ ਜਾਂਦਾ। ਆਪ ਕਿਰਪਾ ਕਰਕੇ ਮਹਾਰਾਜ ਮੇਰੀ ਕੁੱਖ ਨੂੰ ਸਫਲਿਆ ਕੀਤਾ। ਐਡਾ ਵੱਡਾ ਸਿਦਕ ਰੱਖਣਾ, ਇੰਨੇ ਥੋੜੇ ਖੰਨੀ ਰੋਟੀ ਭੋਜਨ ਖਾ ਕੇ ਸਵਾ ਮਣ ਦਾ ਪੀਸਣਾ, ਫਿਰ ਸੁਖਮਨੀ ਸਾਹਿਬ ਦਾ ਪਾਠ ਕਰਨਾ। ਉਹਨਾਂ ਦਾ ਹੀ ਜ਼ਿਕਰ ਕਰਦਿਆਂ ਹੋਇਆ ਆਪਾਂ ਕਹਿੰਦੇ ਹਾਂ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹ ਜਦੋਂ ਲਖਪਤ ਰਾਏ ਨੇ ਏਡੀ ਜ਼ਿਆਦੀ ਹਨੇਰੀ ਝੁਲਾ ਦਿੱਤੀ, ਨੇਜਿਆਂ ਤੇ ਸੁੱਟ ਕੇ ਛੋਟੇ ਬੱਚਿਆਂ ਨੂੰ ਬੋਚਿਆ ਜਾਣ ਲੱਗਾ। ਕਾਵਾਂ ਤੇ ਕੁੱਤਿਆਂ ਨੂੰ ਉਹਨਾਂ ਦਾ ਮਾਸ ਪਾਇਆ ਜਾਣ ਲੱਗਾ। ਐਸਾ ਜ਼ੁਲਮ ਤਰਾਸ ਕਰ ਉੱਠੇ ਲਾਹੌਰ ਦੇ ਵੇਖਣ ਵਾਲੇ ਲੋਕ ਵੀ। ਬਹੁਤ ਭਾਰੀ ਜ਼ੁਲਮ ਇਸ ਨੇ ਕੀਤਾ। ਜਿੱਥੇ ਕਿਤੇ ਸਿੰਘਾਂ ਦੇ ਜੰਗਲਾਂ ਵਿੱਚ ਟਿਕਾਣੇ ਪਤਾ ਲੱਗਦੇ, ਉੱਥੇ ਪਹੁੰਚ ਕੇ ਇਸ ਨੇ ਜਿਹੜਾ ਸੀ ਸਿੰਘਾਂ ਦਾ ਨੁਕਸਾਨ ਕੀਤਾ। ਇਹ ਕਾਹਨੂੰਵਾਨ ਛੰਭ ਦੇ ਅੰਦਰ ਜਦੋਂ ਇਸ ਨੂੰ ਪਤਾ ਲੱਗਾ ਕਿ ਸਿੰਘਾਂ ਦਾ ਇੱਥੇ ਜਥਾ ਉਤਰਿਆ ਹੋਇਆ, ਇਹ ਘਣਾ ਜੰਗਲ ਸੀ। ਛੰਭ ਉਹਨੂੰ ਕਹਿੰਦੇ ਜਿੱਥੇ ਝੱਲ ਹੋਵੇ ਤੇ ਪਾਣੀ ਦਾ ਜਿਹੜੀ ਉਹ ਢਾਬ ਵੀ ਹੋਵੇ, ਪਾਣੀ ਦਾ ਪ੍ਰਬੰਧ ਹੋਵੇ। ਉੱਥੇ ਅੱਜ ਵੀ ਇੱਕ ਛੋਟਾ ਨਾਲਾ ਉੱਥੋਂ ਦੀ ਚੱਲਦਾ, ਜਿੱਥੇ ਗੁਰਦੁਆਰਾ ਸਾਹਿਬ ਛੋਟਾ ਘੱਲੂਘਾਰਾ ਸਾਹਿਬ ਹੈ, ਕਾਹਨੂੰਵਾਨ ਛੰਭ ਦੇ ਅੰਦਰ। ਇੱਥੇ ਸਿੰਘਾਂ ਦਾ ਪੜਾਅ ਇਸ ਨੂੰ ਪਤਾ ਲੱਗਾ। ਬਹੁਤ ਭਾਰੀ ਫੌਜ ਲੈ ਕਰਕੇ ਇਸ ਨੇ ਫਿਰ ਸਿੰਘਾਂ ਨੂੰ ਜਿਹੜਾ ਸੀ ਭਾਲਦਿਆਂ ਹੋਇਆਂ ਜਦੋਂ ਇਸ ਛੰਭ ਨੂੰ ਖੋਜਿਆ, ਬੜਾ ਜੰਗਲਾਂ ਨੂੰ ਅੱਗ ਲਾਈ ਗਈ। ਬੇਅੰਤ ਫੌਜਾਂ, ਮੁਗਲ ਫੌਜਾਂ ਜਦੋਂ ਚੜ੍ਹੀਆਂ ਆਉਂਦੀਆਂ ਖਾਲਸੇ ਨੇ ਵੇਖੀਆਂ, ਫਿਰ ਸਿੰਘਾਂ ਨੇ ਇੱਥੇ ਇਹ ਸੋਚ ਲਿਆ ਕਿ ਹੁਣ ਹੋਰ ਕੋਈ ਚਾਰਾ ਨਹੀਂ। ਸਾਹਮਣੇ ਤੇ ਸਮੇਂ ਛਾਤੀ ਢਾਹ ਕੇ ਫਿਰ ਲੜਦਿਆਂ ਹੋਇਆਂ ਫੌਜ ਦੇ ਨਾਲ ਸਿੰਘਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਬਹੁਤ ਭਾਰੀ ਬੱਚਿਆਂ ਦਾ, ਬਜ਼ੁਰਗਾਂ ਦਾ, ਬੀਬੀਆਂ ਦਾ ਵੀ ਨੁਕਸਾਨ ਹੋਇਆ। ਉਸ ਸਮੇਂ ਇੱਥੋਂ ਫਿਰ ਯੁੱਧ ਕਰਦਿਆਂ ਹੋਇਆਂ ਨਿਕਲ ਕਰਕੇ ਸਿੰਘਾਂ ਨੇ ਮਾਰੂਥਲ ਦੀ ਧਰਤੀ ਵੱਲ ਨੂੰ ਕੁਝ ਸਮੇਂ ਲਈ ਕੂਚ ਕੀਤਾ, ਪਰ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ। ਇਸ ਯੁੱਧ ਨੂੰ ਛੋਟੇ ਘੱਲੂਘਾਰੇ ਦੇ ਨਾਮ ਨਾਲ ਚੇਤੇ ਕੀਤਾ ਜਾਂਦਾ ਹੈ। ਜਦੋਂ ਇਹ ਲਖਪਤ ਰਾਏ ਨੇ ਬਹੁਤ ਜ਼ੁਲਮ ਕੀਤਾ, ਬੱਚਿਆਂ ਨੂੰ ਬੇਰਹਿਮੀ ਨਾਲ ਕਤਲ ਕੀਤਾ। ਮਾਈਆਂ ਬੀਬੀਆਂ ਦੇ ਸਾਹਮਣੇ ਉਹਨਾਂ ਦੇ ਬੱਚਿਆਂ ਨੂੰ ਨੇਜਿਆਂ ਤੇ ਟੰਗਿਆ। ਉਸ ਸਮੇਂ ਪੰਥ ਪ੍ਰਕਾਸ਼ ਵਿੱਚ ਜ਼ਿਕਰ ਆਉਂਦਾ ਕਿ ਖਾਲਸੇ ਨੇ ਗੁਰਮਤਾ ਕੀਤਾ ਕਿ ਇਸ ਦੇ ਨਾਲੋਂ ਤਾਂ ਮਰ ਜਾਣਾ ਚੰਗਾ। ਸਿੰਘਾਂ ਨੇ ਫਿਰ
ਬਹੁਤ ਜਥਿਆਂ ਨੇ ਇਕੱਠਿਆਂ ਹੋ ਕੇ ਲਾਹੌਰ ਦੇ ਉੱਤੇ ਹਮਲਾ ਬੋਲ ਦਿੱਤਾ। ਉਸ ਸਮੇਂ ਲਾਹੌਰ ਦੇ ਅੰਦਰ ਇਹੋ ਜਿਹਾ ਯੁੱਧ ਹੋਇਆ ਕਿ ਮੁਗਲ ਫੌਜ ਫਿਰ ਸਿੰਘਾਂ ਦਾ ਸਾਹਮਣਾ ਨਾ ਕਰ ਸਕੀ। ਲਖਪਤ ਰਾਏ ਨੂੰ ਸਿੰਘਾਂ ਨੇ ਪਕੜ ਲਿਆ। ਜ਼ਕਰੀਆ ਖਾਨ ਦੀ ਲੋਥ ਨੂੰ ਉਸ ਦੀ ਬੇਗਮ ਨੇ ਤਨ ਦੇ ਗਹਿਣੇ ਵੇਚ ਕਰਕੇ ਤੇ ਸਮੇਂ ਦਫਨਾਇਆ ਸੀ ਤੇ ਇਹਨੂੰ ਲੱਖੂ ਨੂੰ ਸਿੰਘ ਪਕੜ ਕੇ ਅੰਮ੍ਰਿਤਸਰ ਸਾਹਿਬ ਲੈ ਆਏ। ਤੇ ਗਿਆਨੀ ਗਿਆਨ ਸਿੰਘ ਜੀ ਜ਼ਿਕਰ ਕਰਦੇ ਆ, ਸਿੰਘਾਂ ਨੇ ਇਹਨੂੰ ਫਿਰ ਜਿਹੜੀ ਸ਼ਸਤਰ ਦੀ ਮੌਤ ਨਹੀਂ ਦਿੱਤੀ, ਕਿਉਂਕਿ ਸ਼ਸਤਰ ਦੀ ਮੌਤ ਨਾਲ ਸਦਗਤੀ ਮਿਲ ਜਾਂਦੀ ਹੈ। ਗਿਆਨੀ ਗਿਆਨ ਸਿੰਘ ਜੀ ਜ਼ਿਕਰ ਕਰਦੇ ਆ ਕਿ ਧਰਤੀ ਵਿੱਚ 7 ਫੁੱਟ ਡੂੰਘਾ ਟੋਆ ਪੱਟ ਕੇ ਉਹਦੇ ਉੱਤੇ ਪਖਾਨਾ ਬਣਾ ਕਰਕੇ ਸਿੰਘਾਂ ਨੇ ਤੇ ਸਮੇਂ ਆਗਿਆ ਕੀਤੀ ਕਿ ਸਭ ਇੱਥੇ ਜੰਗਲ ਮੈਦਾਨ ਜਾਓ। ਇਸ ਤਰ੍ਹਾਂ ਉਸ ਥਾਂ ਦੇ ਉੱਤੇ ਇਹਨੂੰ ਖਾਣ ਨੂੰ 1-2 ਰੋਟੀ ਸਿੱਟ ਦਿੰਦੇ ਗੰਦ ਨਾਲ ਲਿਬੜੀ ਹੋਈ, ਤੇ ਚੀਕਾਂ ਮਾਰਦਾ ਹੋਇਆ ਫਿਰ ਉਸ ਥਾਂ ਦੇ ਉੱਤੇ ਇਹ ਲੱਖੂ ਜਿਹੜਾ ਸੀ ਅਸੀਂ ਘਿਨਾਉਣੀ ਮੌਤ ਖਾਲਸੇ ਨੇ ਇਹਨੂੰ ਦਿੱਤੀ ਸੀ, ਕਿਉਂਕਿ ਇਸ ਮੌਤ ਦੀ ਸਜ਼ਾ ਵੀ ਜਿੱਡਾ ਇਹਨੇ ਜ਼ੁਲਮ ਕੀਤਾ ਸੀ ਉਹ ਥੋੜੀ ਸੀ, ਫਿਰ ਵੀ ਖਾਲਸੇ ਨੇ ਰਹਿਮ ਹੀ ਕੀਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਿਆਰ ਵਿੱਚ ਜਿਉਣ ਵਾਲੇ ਨਾਮ ਬਾਣੀ ਦੇ ਰਸੀਏ ਐਸੇ ਸਿੰਘਾਂ ਨੇ ਜਦੋਂ ਡਟ ਕੇ ਮੁਕਾਬਲਾ ਕੀਤਾ ਦੁਸ਼ਮਣ ਦਾ, ਐਸੀਆਂ ਔਖਿਆਈਆਂ ਨੂੰ ਝੱਲਦਿਆਂ ਹੋਇਆਂ ਫਿਰ ਵੀ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸਿੱਖੀ ਨਾਲ ਪਿਆਰ ਕਰਦੇ। ਤਨ ਤੇ ਪਾਉਣ ਨੂੰ ਕੱਪੜੇ ਨਾ ਹੁੰਦੇ, ਘੋੜਿਆਂ ਦੀਆਂ ਕਾਠੀਆਂ ਦੇ ਆਸਣ ਵੀ ਜਿਹੜੇ ਮਸਤਾਨੇ ਹੁੰਦੇ। ਬਹੁਤ ਗਰੀਬੀ ਸੀ ਭਾਵੇਂ, ਪਰ ਤਾਂ ਵੀ ਬਹੁਤ ਸਿੰਘਾਂ ਦੀ ਚੜ੍ਹਦੀ ਕਲਾ, ਉਹਨਾਂ ਦੇ ਨਿਆਰੇ ਬੋਲੇ, ਨਿਆਰੀ ਉਹਨਾਂ ਦੀ ਸੱਚੇ ਪਾਤਸ਼ਾਹ ਨੇ ਸਾਜੀ ਹੋਈ ਹਸਤੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਕਮਾਉਂਦਿਆਂ ਹੱਸਦਿਆਂ ਹੋਇਆਂ ਯੁੱਧ ਵਿੱਚ ਸ਼ਹਾਦਤਾਂ ਪ੍ਰਾਪਤ ਕਰਦੇ। ਅੱਜ ਦੇ ਇਸ ਦਿਨ ਨੂੰ ਉਹਨਾਂ ਸ਼ਹੀਦਾਂ ਦੀ ਯਾਦ ਵਜੋਂ ਛੋਟੇ ਘੱਲੂਘਾਰੇ ਦੇ ਨਾਮ ਨਾਲ ਮਨਾਇਆ ਜਾਂਦਾ ਹੈ। ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਤੇ ਦਿਹਾੜਾ ਹੋਣ ਕਰਕੇ ਇਸ ਕਰਕੇ ਸੂਖਮ ਰੂਪ ਵਿੱਚ ਬੇਨਤੀ ਕੀਤੀ ਹੈ। ਆਓ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਪਵਿੱਤਰ ਗੁਰਬਾਣੀ ਦੀ ਕਥਾ ਜੋ ਲੜੀਵਾਰ ਚੱਲ ਰਹੀ ਹੈ, ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਹਜ਼ੂਰ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜੂਰ ਰਾਗ ਸੋਰਠ ਦੇ ਅੰਦਰ ਆਪਣੇ ਸ਼੍ਰੀ ਕੰਠ ਤੋਂ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਇਹ ਤੀਸਰਾ ਸ਼ਬਦ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਮੁਖ ਤੋਂ ਉਚਾਰਨ ਕਰਦੇ ਹਨ। ਮਨ ਰੇ ਕੌਣ ਕੁਮਤ ਤੈ ਲੀਨੀ। ਸਤਿਗੁਰੂ ਜੀ ਮਨ ਨੂੰ ਸੰਬੋਧਨ ਕਰਦੇ ਹੋਏ ਹਜੂਰ ਇਹ ਕਹਿੰਦੇ ਐ ਕਿ ਹੇ ਮਨਾ, ਤੂੰ ਇਹ ਕਿਹੜੀ ਖੋਟੀ ਮੱਤ ਜਿਹੜੀ ਹੈ ਉਹ ਧਾਰਨ ਕਰ ਲਈ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਹੜੀ ਖੋਟੀ ਮੱਤ ਮਨ ਨੇ ਧਾਰਨ ਕੀਤੀ ਹੈ, ਕਿਉਂਕਿ ਮਨ ਦੇ ਅੰਦਰ ਸਾਡੇ ਕਿਹੋ ਜੀ ਖੋਟੀ ਮੱਤ ਹੈ ਮਨ ਨੂੰ ਆਪ ਨਹੀਂ ਦਿਖਾਈ ਦਿੰਦੀ। ਮਨ ਨੂੰ ਆਪਣੇ ਔਗਣਾਂ ਦਾ ਆਪ ਨਹੀਂ ਪਤਾ ਲੱਗਦਾ ਕਿ ਮੇਰੇ ਵਿੱਚ ਕੀ ਔਗਣ ਹਨ। ਕਦੇ ਕ੍ਰੋਧੀ ਨੂੰ ਆਪਣੇ ਆਪ ਬਾਰੇ ਨਹੀਂ ਪਤਾ ਕਿ ਮੈਂ ਕਿੰਨਾ ਕ੍ਰੋਧ ਕਰਦਾ, ਮੇਰੇ ਵਿੱਚ ਕਿੰਨੇ ਔਗਣ ਨੇ, ਇਹ ਆਪ ਨਹੀਂ ਪਤਾ ਲੱਗਦਾ। ਪਰ ਜਦੋਂ ਕੋਈ ਮਹਾਤਮਾ ਸਤਿਗੁਰੂ ਜੀ ਦੀ ਕਿਰਪਾ ਨਾਲ ਸਿੱਖਿਆ ਦਿੰਦੇ ਹੋਏ ਆਪਣਾ ਆਪਾ ਦਿਖਾਉਂਦੇ ਐ, ਉਸ ਸਮੇਂ ਪਤਾ ਲੱਗਦਾ ਹੈ। ਜਾਂ ਕਰਕੇ ਗੁਰੂ ਜੀ ਦਾ ਉਪਦੇਸ਼ ਹੀ ਜਦੋਂ ਸਾਨੂੰ ਆਇਨਾ ਵਿਖਾਉਂਦਾ ਹੈ, ਸ਼ੀਸ਼ਾ ਵਿਖਾਉਂਦਾ ਹੈ, ਤੇ ਪੂਰੇ ਗੁਰੂ ਜੀ ਦੇ
ਉਪਦੇਸ਼ ਰੂਪੀ ਸ਼ੀਸ਼ੇ ਦੇ ਅੰਦਰ ਫਿਰ ਆਪਣੇ ਮਨ ਦੀ ਸ਼ਕਲ ਜਿਹੜੀ ਆ ਉਹ ਦਿਖਾਈ ਦਿੰਦੀ ਹੈ। ਇਸ ਤਰ੍ਹਾਂ ਪਤਾ ਹੀ ਨਹੀਂ ਲੱਗਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਐ, ਮਨ ਦੇ ਕੌਣ ਕੁਮਤ ਤੈ ਲੀਨੀ। ਇਹ ਜਿਹੜੀ ਖੋਟੀ ਮੱਤ ਹੈ ਨਾ, ਕੋ ਮੱਤ, ਖੋਟੀ ਮੱਤ, ਉਹ ਤੂੰ ਕਿਹਦੇ ਕੋਲੋਂ ਲੈਣਾ ਕੀਤੀ ਹੈ? ਕਿਨ ਤੈਨੂੰ ਇਹ ਖੋਟੀ ਮੱਤ ਦੇਣਾ ਕੀਤੀ ਹੈ? ਕਿਹੜੀ ਹੈ ਉਹ ਖੋਟੀ ਮੱਤ? ਮਹਾਰਾਜ ਦੱਸਦੇ ਨੇ, ਪਰ ਦਾਰਾ ਨਿੰਦਿਆ ਰਸ ਰਚਿਓ। ਵੇਖ, ਪਰਦਾਰਾ, ਪਰ ਇਸਤਰੀ ਜਿਹੜਾ ਹੈ, ਇੰਨਾ ਜ਼ਿਆਦਾ ਸਤਿਗੁਰੂ ਜੀ ਕਹਿੰਦੇ ਨੇ ਵੇਦਾਂ ਵਿੱਚ, ਸ਼ਾਸਤਰਾਂ ਵਿੱਚ, ਹੋਰ ਧਾਰਮਿਕ ਗ੍ਰੰਥਾਂ ਦੇ ਅੰਦਰ ਦੱਸਿਆ ਗਿਆ ਹੈ ਕਿ ਪਰ ਇਸਤਰੀ ਦੇ ਭੋਗਣੇ ਕਰਕੇ, ਪਰ ਰੂਪ ਵੇਖਣੇ ਕਰਕੇ ਬਹੁਤ ਭਾਰੀ ਸਜ਼ਾਵਾਂ ਪ੍ਰਾਪਤ ਹੁੰਦੀਆਂ ਹਨ। ਮਹਾਰਾਜ ਵੀ ਕਹਿੰਦੇ ਹਨ, ਪਰ ਤ੍ਰੈ ਰਾਵਣ ਜਾਹੇ ਸਈ ਤਾ ਲਾਜੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਭਾਈ ਉਹਨਾਂ ਨੂੰ ਪਰਲੋਕ ਦੇ ਵਿੱਚ ਤੱਤੇ ਤੇਲ ਦੇ ਕੜਾਹਿਆਂ ਵਿੱਚ ਤਲ ਦਿੱਤਾ ਜਾਂਦਾ ਹੈ। ਦੱਸਿਆ ਗਿਆ ਨਾ, ਸਿੱਖਿਆ ਨਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ, ਹਜ਼ੂਰ ਨੇ ਚੌਹਾਂ ਬੱਜਰ ਕਰੈਤਾਂ ਵਿੱਚੋਂ ਇੱਕ ਬੱਜਰ ਕਰੈਤ ਇਹ ਦੱਸੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਆਗਿਆ ਕੀਤੀ ਹੈ ਕਿ ਭਈ ਜਤ ਸਤ ਦੇ ਅੰਦਰ ਪਰਪੱਕ ਰਹਿਣਾ, ਜੀਵਨ ਨੂੰ ਉੱਚਾ ਰੱਖਣਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ, ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣੈ। ਇਹ ਸਤਿਗੁਰੂ ਜੀ ਨੇ ਆਗਿਆ ਕੀਤੀ ਹੈ ਨਾ। ਤੇ ਮਹਾਰਾਜ ਕਹਿੰਦੇ, ਆਪਣੇ ਮਨ ਨੂੰ ਪੁੱਛ, ਮਨ ਦੇ ਕੌਣ ਕੁਮਤ ਤੈ ਲੀਨੀ। ਇਹ ਕਿਨ ਤੈਨੂੰ ਖੋਟੀ ਮਤ ਦੇਤੀ ਹੈ ਕਿ ਪਰ ਇਸਤਰੀਆਂ ਦੇ ਰੂਪ ਵੇਖੀ ਜਾਂਦਾ ਰਹਿੰਦਾ ਹੈ। ਪਤਾ ਵੀ ਇੰਨੀ ਸਜ਼ਾ ਮਿਲਦੀ ਹੈ, ਫਿਰ ਤੂੰ ਜਿਹੜਾ ਪਰ ਇਸਤਰੀ ਨੂੰ ਭੋਗਣ ਵਾਸਤੇ ਤੇਰੇ ਮਨ ਦੇ ਅੰਦਰ ਕਿੰਨੇ ਵਕਾਰ ਗੇੜੇ ਲਾਉਂਦੇ ਰਹਿੰਦੇ ਐ। ਆਪਣੀ ਇਸਤਰੀ ਭਾਵੇਂ ਕਿੰਨੀ ਸੋਹਣੀ ਹੋਵੇ, ਫਿਰ ਵੀ ਐਡਾ ਵਕਾਰਾਂ ਦਾ ਗਲਬਾ ਹੁੰਦਾ ਹੈ। ਪਰ ਇਸਤਰੀ ਵੱਲ ਨੂੰ ਹੀ ਮਨ ਜਿਹੜਾ ਉਹ ਖਿੱਚਿਆ ਜਾਂਦਾ ਹੈ। ਜਿਵੇਂ ਪਸ਼ੂਆਂ ਦਾ ਸੁਭਾਅ ਹੁੰਦਾ ਨਾ, ਆਪਦੀ ਖੁਰਲੀ ਵਿੱਚ ਭਾਵੇਂ ਪੱਠੇ ਕਿੰਨੇ ਵੀ ਚੰਗੇ ਪਏ ਹੋਣ, ਦੂਸਰੇ ਪਸ਼ੂ ਦੀ ਖੁਰਲੀ ਵਿੱਚੋਂ ਜਾ ਕੇ ਖਾਂਦੇ ਆ। ਇਸ ਤਰ੍ਹਾਂ ਮਹਾਰਾਜ ਕਹਿੰਦੇ, ਪਸ਼ੂਆਂ ਵਾਲੀ ਬਿਰਤੀ ਜਿਹੜੀ ਹੈ ਖੋਟੀ ਮੱਤ, ਇਹ ਤੂੰ ਕਿਹਦੇ ਕੋਲੋਂ ਲੈਣਾ ਕੀਤੀ ਹੈ? ਕਿਨ ਦਿੱਤੀ ਹੈ ਤੈਨੂੰ ਇਹ ਖੋਟੀ ਮੱਤ? ਤੂੰ ਆਪਣੇ ਮਨ ਦੇ ਅੰਦਰ ਝਾਤੀ ਮਾਰ, ਕੀ ਕਰ ਰਿਹਾ ਹੈ? ਬਾਹਰੋਂ ਤਾਂ ਬੜੀਆਂ ਸਿੱਖਿਆਵਾਂ ਦਿੰਦਾ, ਪਰ ਤੇਰੇ ਮਨ ਦੇ ਅੰਦਰ ਕੀ ਖਿਆਲ ਹੈ? ਤੇਰੇ ਮਨ ਦਾ ਸੁਭਾਅ ਕਿਹੋ ਜਿਹਾ ਹੈ? ਇਹ ਜਿਹੜੀ ਖੋਟੀ ਮੱਤ ਹੈ, ਇਹ ਤੈਨੂੰ ਕਿਨ ਦੇਣਾ ਕੀਤੀ ਹੈ? ਕਿਸ ਤਰ੍ਹਾਂ ਇਹ ਤੂੰ ਧਾਰਨ ਕਰੀ ਬੈਠਾ ਕਿ ਪਰਦਾਰਾ, ਪਰ ਇਸਤਰੀ ਦੇ ਅੰਦਰ ਤੇਰਾ ਮਨ ਲੱਗਾ ਹੋਇਆ ਹੈ। ਫਿਰ ਸਮਾਨ ਜ਼ਿੰਦਗੀ ਜਿਉਂਦਿਆਂ ਹੋਇਆਂ ਕਿ ਜਦੋਂ ਕਿਤੀਆਂ ਇਕੱਤਰਤਾਵਾਂ ਹੁੰਦੀਆਂ ਤੇ ਉਸ ਸਮੇਂ ਕੀ ਕਰਦਾ ਤੂੰ? ਪਰ ਇਸਤਰੀਆਂ ਦੇ ਰੂਪ ਵੇਖਣ 'ਚ ਹੀ ਤੇਰਾ ਮਨ ਕੁਸਲ ਹੋਇਆ ਹੁੰਦਾ। ਕੀ ਸਤ ਸੰਗਤ ਤੈਂ ਕੀਤੀ ਹੈ? ਫਿਰ ਕੀ ਤਾਂ ਕੀਰਤਨ ਸੁਣਿਆ, ਕੀ ਤਾਂ ਕਥਾ ਸੁਣੀ ਹੈ, ਤੇ ਕੀ ਤਾਂ ਸੇਵਾ ਕੀਤੀ ਹੈ? ਕੀ ਸੇਵਾ ਦੀ ਇਹ ਸਿੱਖਿਆ ਹੈ? ਕਥਾ ਤੇ ਕੀਰਤਨ ਦੀ ਇਹ ਸਿੱਖਿਆ ਹੈ? ਮਹਾਰਾਜ ਕਹਿੰਦੇ ਨੇ, ਕਥਾ ਤੇ ਕੀਰਤਨ ਜੇ ਤੂੰ ਮਨ ਲਾ ਕਰਕੇ ਸੁਣਿਆ ਹੁੰਦਾ ਤਾਂ ਫਿਰ ਤੇਰੀ ਖੋਟੀ ਮਤ ਨਾਸ਼ ਹੋ ਜਾਂਦੀ। ਜੇ ਤੂੰ ਸੇਵਾ ਸੱਚਮੁੱਚ ਹੀ ਮਨ ਦਾ ਪਿਆਰ ਲਾ ਕੇ ਕੀਤੀ ਹੁੰਦੀ ਤਾਂ ਇਹ ਤੇਰੀ ਕੀਤੀ ਹੋਈ ਸੇਵਾ ਤੇਰੇ ਅੰਦਰੋਂ ਵਕਾਰਾਂ ਨੂੰ ਨਾਸ਼ ਕਰਦੀ। ਪਰ ਤੂੰ ਤਾਂ ਸੇਵਾ ਵੀ ਵਿਖਾਵੇ ਲਈ ਕੀਤੀ, ਕਥਾ ਕੀਰਤਨ ਵੀ ਤੈਨੂੰ ਬੱਝਿਆਂ ਹੀ ਸੁਣਨਾ ਪਿਆ ਤੇ ਸੁਣਿਆ ਨਹੀਂ, ਤੇ ਪ੍ਰੇਮ ਤਾਂ ਨਹੀਂ ਨਾ ਤੇਰੇ ਮਨ ਦੇ ਅੰਦਰ ਲੱਗਿਆ। ਤੇ ਮਹਾਰਾਜ ਕਹਿੰਦੇ ਨੇ, ਦੱਸ ਤੂੰ ਇਹ ਖੋਟੀ ਮਤ ਕਿਹਦੇ ਕੋਲੋਂ ਲੈਣਾ ਕੀਤੀ ਹੈ? ਜਦੋਂ ਤੈਨੂੰ ਪਤਾ ਹੈ ਕਿ ਪਰ ਇਸਤਰੀ ਦੇ ਭੋਗਣੇ ਕਰਕੇ ਇੰਨੀਆਂ ਜ਼ਿਆਦੀਆਂ ਸਜ਼ਾਵਾਂ ਪ੍ਰਾਪਤ ਹੁੰਦੀਆਂ, ਫਿਰ ਕਹਿੰਦੇ ਇੰਦਰ ਵਰਗਾ ਰਾਜ ਵੀ ਹੋਵੇ ਨਾ, ਤੇ ਪਰ ਜੇ ਵਿਭਚਾਰੀ ਹੋ ਜਾਵੇ ਤੇ ਫਿਰ ਕਹਿੰਦੇ ਆ ਕਿ ਸਾਰੀ ਵਿਭੂਤੀ ਉਹਦੇ ਕੋਲੋਂ ਨਾਸ਼ ਹੋ ਜਾਂਦੀ ਹੈ, ਕੰਗਾਲ ਹੋ ਜਾਂਦਾ ਹੈ ਪਰ ਇਸਤਰੀ ਦੇ ਸੰਬੰਧ ਹੋਣੇ ਕਰਕੇ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ ਕਿ ਭਾਈ ਉਹਦੇ ਤੇ ਪਿਛਲੇ ਜਨਮਾਂ ਦੇ ਵੀ ਜਪ ਤਪ ਨਾਸ਼ ਹੋ ਜਾਂਦੇ ਆ ਸਾਰੇ।
ਇਸ ਕਰਕੇ ਸਤਿਗੁਰੂ ਜੀ ਨੇ ਆਗਿਆ ਕੀਤੀ ਹੈ ਕਿ ਵੈਤ ਵਿੱਚ ਪ੍ਰਪੱਕ ਰਹਿਣਾ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮਨ ਨੂੰ ਸਮਝਾਉਂਦੇ ਹੋਏ ਸਤਿਗੁਰੂ ਜੀ ਸਿੱਖਿਆ ਦਿੰਦੇ ਆ ਕਿ ਭਈ ਆਪਣੇ ਮਨ ਦੇ ਉੱਤੇ ਗੁਰੂ ਜੀ ਦਾ ਉਪਦੇਸ਼ ਇਹ ਜਿਹੜਾ ਨਾ ਉਹ ਸਹਾਰਨਾ ਕਰੀਏ। ਮਹਾਰਾਜ ਜੀ ਦਾ ਉਪਦੇਸ਼ ਆਪਣੇ ਮਨ ਤੇ ਲਾਉਣਾ ਕਰੀਏ, ਦੂਸਰੇ ਨੂੰ ਨਹੀਂ। ਆਪਣੇ ਮਨ ਤੇ ਲਾ ਕਰਕੇ ਜਿਹੜਾ ਵੇਖੀਏ ਤੇ ਹਜੂਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਇਹ ਖੋਟੀ ਮੱਤ ਤੂੰ ਕਿਹਦੇ ਕੋਲੋਂ ਲਈ ਹੈ? ਜਦੋਂ ਤੈਨੂੰ ਪਤਾ ਹੈ ਇੰਨਾ ਨੁਕਸਾਨ ਹੈ, ਹਰ ਵੇਲੇ ਇੱਥੇ ਵੀ ਲਾਹਨਤਾਂ ਨੇ ਤੇ ਪਰਲੋਕ ਵਿੱਚ ਵੀ ਜਮਾਂ ਦੀ ਮਾਰ ਵੈ, ਤੇ ਫਿਰ ਤੂੰ ਪਰ ਇਸਤਰੀ ਦੇ ਰਸ ਵਿੱਚ ਕਿਉਂ ਰਸਿਆ ਹੋਇਆ ਹੈ? ਉਹਦੇ ਰੂਪ ਦੇ ਵੇਖਣ ਵਿੱਚ ਕਿਉਂ ਤੇਰੀਆਂ ਅੱਖਾਂ ਪ੍ਰਵਿਰਤ ਹੋ ਜਾਂਦੀਆਂ? ਉਹਨੂੰ ਪ੍ਰਾਪਤ ਕਰਨ ਲਈ ਤੇਰੇ ਮਨ ਦੇ ਫੁਰਨੇ ਕਿਉਂ ਚੱਲ ਪੈਂਦੇ ਐ? ਫਿਰ ਸਤਿਗੁਰੂ ਜੀ ਕਹਿੰਦੇ ਨੇ ਪਰਦਾਰਾ ਨਿੰਦਿਆ ਰਸ ਰਚਿਓ। ਤੂੰ ਪਰਾਏ ਦੀ ਨਿੰਦਿਆ ਕਰਨ ਵਿੱਚ ਇਸ ਰਚ ਵਿੱਚ ਰਚਿਆ ਹੋਇਆ ਹੈ। ਜਦੋਂ ਕਿ ਵੇਖ ਇੰਨਾ ਜ਼ਿਆਦਾ ਨਿੰਦਿਆ ਕਰਨ ਦਾ ਫਲ ਭੋਗਣਾ ਪੈਂਦਾ ਕਿ ਤੇਰੇ ਸਾਰੇ ਕੀਤੇ ਹੋਏ ਪੁੰਨ ਕਰਮ ਨਾਸ਼ ਹੋ ਜਾਂਦੇ। ਜਿਸ ਦੀ ਨਿੰਦਾ ਕਰਦਾ ਏ ਉਹਦੇ ਸਾਰੇ ਪਾਪ ਤੈਨੂੰ ਆ ਕਰਕੇ ਲੱਗ ਜਾਣਗੇ। ਇਸੇ ਕਰਕੇ ਕਬੀਰ ਜੀ ਨੇ ਕਿਹਾ ਨਿੰਦਕ ਨੂੰ ਕਿ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ। ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਤਾਰੀ। ਕਬੀਰ ਸਾਹਿਬ ਜੀ ਕਹਿੰਦੇ ਨਿੰਦਾ ਕਰੈ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਚੀਤ। ਇੰਨਾ ਵਡਿਆਤਾ ਕਹਿੰਦੇ ਹਮਰੇ ਕੱਪੜੇ ਨਿੰਦਕ ਧੋਏ। ਕਹਿੰਦੇ ਨਿੰਦਕ ਸਾਡੇ ਕੱਪੜੇ ਧੋਂਦਾ ਹੈ। ਫਿਰ ਕਬੀਰ ਸਾਹਿਬ ਜੀ ਨੇ ਅਖੀਰ ਵਿੱਚ ਕਿਹਾ ਕਿ ਨਿੰਦਕ ਦਾ ਹਾਲ ਕੀ ਹੁੰਦਾ ਹੈ? ਕਬੀਰ ਜੀ ਕਹਿੰਦੇ ਨੇ ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਨਿੰਦਾ ਕਰਨ ਨਾਲ ਡੁੱਬ ਜਾਂਦਾ ਹੈ ਉਹ ਸੰਸਾਰ ਸਮੁੰਦਰ ਦੇ ਅੰਦਰ। ਤੇ ਮਹਾਰਾਜ ਕਹਿੰਦੇ ਨੇ ਤੂੰ ਇਹ ਖੋਟੀ ਮੱਤ ਕਿੱਥੋਂ ਲਈ ਹੈ? ਫਿਰ ਵੀ ਤੂੰ ਨਿੰਦਿਆ ਦੇ ਰਸ ਵਿੱਚ ਰਚਿਆ ਹੋਇਆ, ਹਟਦਾ ਹੀ ਨਹੀਂ ਤੇਰਾ ਮਨ। ਸੁਣਿਆ ਵੀ ਹੈ ਤੂੰ ਕਿੰਨਾ ਕਿ ਕਿਸੇ ਦੀ ਨਿੰਦਾ ਨਹੀਂ ਕਰਨੀ ਚਾਹੀਦੀ। ਮਹਾਰਾਜ ਦਾ ਉਪਦੇਸ਼ ਸੁਣਿਆ ਨਾ ਕਿ ਨਿੰਦਾ ਭਲੀ ਕਿਸੇ ਕੀ ਨਾਹੀ। ਫਿਰ ਕਰਦੇ ਕੌਣ ਹੈ? ਮਨਮੁਖ ਮੁਗਧ ਕਰਨ। ਫਲ ਕੀ ਮਿਲਦਾ? ਮੋਹ ਕਾਲੇ ਤਿਨ ਨਿੰਦਕਾਂ, ਨਰਕੇ ਘੋਰ ਪਵਨ। ਤੇ ਫਿਰ ਤੈਨੂੰ ਪਤਾ ਹੈ, ਸੁਣਿਆ ਵੀ ਹੈ। ਤੇ ਮਹਾਰਾਜ ਪੁੱਛਦੇ ਆ ਮਨ ਰੇ ਕੌਣ ਕੁਮਤ ਤੈ ਲੀਨੀ? ਇਹ ਤੂੰ ਕਿਹੜੀ ਖੋਟੀ ਮਤ ਲੈ ਲਈ ਹੈ? ਕਿਹਦੇ ਕੋਲੋਂ ਲਈ ਹੈ? ਕਿਨ ਤੈਨੂੰ ਇਹ ਖੋਟੀ ਮਤ ਦਿੱਤੀ ਹੈ? ਹਟਦਾ ਹੀ ਨਹੀਂ ਤੂੰ ਇਸ ਗੱਲ ਤੋਂ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ ਔਖਦ ਸਭੇ ਕੀਤੀਆਂ ਨਿੰਦਕ ਕਾ ਦਾਰੂ ਨਾ ਹੈ। ਬ੍ਰਹਮਾ ਨੇ ਸਾਰੇ ਰੋਗਾਂ ਦੇ ਦਵਾਈਆਂ ਘੜ ਦਿੱਤੀਆਂ ਸੰਸਾਰ ਦੇ ਅੰਦਰ, ਪਰ ਇੱਕ ਨਿੰਦਾ ਕਰਨ ਵਾਲੇ ਦੀ ਨਾ ਨਿੰਦਕ ਦੀ ਔਸ਼ਧੀ ਨਹੀਂ ਬਣਾਈ, ਉਹਦਾ ਔਖਦ ਦਾਰੂ ਨਹੀਂ ਬਣਾਇਆ। ਨਿੰਦਕ ਕਰਨ, ਨਿੰਦਾ ਜਿਹੜਾ ਨਿੰਦਾ ਕਰਨ ਵਾਲਾ ਨਿੰਦਕ ਵੈ ਉਹਦਾ ਕੋਈ ਇਲਾਜ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਿਸ ਪੁਰਖ ਦੀ ਮਹਾਤਮਾ ਦੀ ਨਿੰਦਾ ਕਰਦਾ ਨਾ ਨਿੰਦਕ, ਸੰਤ ਭਾਵੈ ਤਾਂ ਉਹ ਵੀ ਮਹਾਰਾਜ ਕਹਿੰਦੇ ਮੋਖ ਪਾਵੈ, ਉਹ ਵੀ ਮੁਕਤੀ ਨੂੰ ਪਾ ਸਕਦਾ ਹੈ। ਜਿਸ ਉਸ ਮਹਾਪੁਰਸ਼ ਨੂੰ ਪਾ ਜਾਵੇ ਤਾਂ ਕਿ ਚਲੋ ਇਹਨੂੰ ਬਖਸ਼ੀ ਦਈਏ, ਫੇਰ ਹੀ ਉਹ ਬਖਸ਼ਿਆ ਜਾ ਸਕਦਾ, ਨਹੀਂ ਤੇ ਬਖਸ਼ਿਆ ਨਹੀਂ ਜਾ ਸਕਦਾ। ਜਿੰਨੇ ਅਣਹੋਏ ਭਾਰ ਹਨ ਉਹ ਸਾਰੇ ਨਿੰਦਕ ਦੇ ਸਿਰ ਚੜ ਜਾਂਦੇ ਆ ਕਰਕੇ। ਮਹਾਰਾਜ ਕਹਿੰਦੇ ਨੇ ਸੰਤ ਭਾਵੈ ਤਾਂ ਉਹ ਵੀ ਪਾਵੈ ਮੋਖ, ਉਹ ਵੀ ਮੁਕਤੀ ਨੂੰ ਪ੍ਰਾਪਤ ਹੋ ਸਕਦਾ ਜੇ ਉਹਨਾਂ ਮਹਾਂਪੁਰਖਾਂ ਨੂੰ ਸਾਧੂਆਂ ਨੂੰ ਭਾ ਜਾਵੇ ਜਿਨ੍ਹਾਂ ਦੀ ਕਿਤੇ ਨਿੰਦਾ ਕਰਦਾ ਹੈ, ਕਿਉਂਕਿ ਉਹਨਾਂ ਦਾ ਖੋਭ ਨਹੀਂ ਹੁੰਦਾ ਚਿੱਤ ਵਿੱਚ ਕਿ ਸਾਡੀ ਨਿੰਦਾ ਕਰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਨਿੰਦਾ ਕਰਨਾ ਏਡਾ ਵੱਡਾ ਔਗਣ ਹੈ ਕਿ ਤੇਰੀ ਝੋਲੀ ਜਿਹੜੀ ਹੈ ਨਾ ਉਹ ਹੀ ਪਾਟ ਜਾਂਦੀ ਹੈ, ਕੋਈ ਗੁਣ ਨਹੀਂ ਉਹਦੇ ਅੰਦਰ ਸਮਾਉਂਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਮਨ ਰੇ ਕੌਣ ਕੁਮਤ ਤੈ ਲੀਨੀ? ਇਹ ਕਿਹੜੀ ਖੋਟੀ ਮਤ ਤੂੰ ਲੈ ਲਈ ਹੈ, ਧਾਰਨ ਕਰ ਲਈ ਹੈ? ਪਰ ਇਸਤਰੀ ਦੇ ਰਸ ਵਿੱਚ ਫਸ ਗਿਆ ਹੈ, ਨੇਤਰ ਤੇਰੇ ਵੇਖਣ ਵਿੱਚ ਫਸ ਗਏ ਹੈ, ਨੱਕ ਤੇਰਾ ਸੁੰਘਣ ਵਿੱਚ ਲੱਗ ਗਿਆ ਹੈ, ਕੰਨ ਤੇਰੇ ਜਿਹੜੇ ਅਸ਼ਲੀਲ ਗੱਲਾਂ ਦੇ ਸੁਣਨ ਵਿੱਚ ਲੱਗ ਗਏ ਹੈ, ਰਸਨਾ ਭੈੜਾ ਬੋਲਣ ਵਿੱਚ ਲੱਗ ਗਈ ਹੈ। ਦੱਸ ਕਿਹੜੀ ਖੋਟੀ ਮਤ ਤੈਂ ਧਾਰਨ ਕਰ ਲਈ ਹੈ? ਇਹ ਖੋਟੀ ਮਤ ਹੀ ਹੈ ਨਾ, ਚੰਗੀ ਮਤ ਤਾਂ ਨਹੀਂ ਨਾ ਇਹ।
ਕਿ ਤੂੰ ਨਿੰਦਿਆ ਕਰਨ ਵਿੱਚ ਹੀ ਹਰ ਸਮੇਂ ਲੱਗਾ ਰਹਿਣਾ। ਇਹ ਰਸ ਤੈਨੂੰ ਐਸਾ ਚਿੰਬੜ ਗਿਆ ਕਿ ਤੈਨੂੰ ਆਪ ਨੂੰ ਪਤਾ ਹੀ ਨਹੀਂ ਲੱਗਦਾ ਗੱਲਾਂ ਹੋਰ ਕੀ ਹੁੰਦੀਆਂ। ਜੇ ਕੋਈ ਇੱਕ ਦੂਸਰੇ ਨੂੰ ਅੱਜ ਕੱਲ੍ਹ ਇੰਨੀ ਇਹ ਸੁਵਿਧਾ ਬਣ ਗਈ ਕਿ ਟੈਲੀਫੋਨ ਤੇ ਜਿਹਨੂੰ ਜਿੱਥੇ ਮਰਜ਼ੀ ਸੰਸਾਰ ਭਰ ਵਿੱਚ ਤੁਸੀਂ ਮਿਲ ਸਕਦੇ ਆ, ਭਾਵ ਫੋਨ ਤੇ ਗੱਲ ਕਰ ਸਕਦੇ ਆ ਤੇ ਹਾਲ ਚਾਲ ਪੁੱਛ ਕੇ ਇਸ ਤੋਂ ਉਪਰੰਤ ਕੀ ਹੁੰਦਾ ਹੈ, ਬਸ ਨਿੰਦਾ ਦਾ ਹੀ ਜਿਹੜਾ ਹੈ ਨਾ ਉਹ ਵਿਸ਼ਾ ਖੁੱਲ੍ਹ ਜਾਂਦਾ ਤੇ ਫਿਰ ਨਿੰਦਾ ਸੁਣਨ ਵਿੱਚ ਤੇ ਨਿੰਦਾ ਕਰਨ ਵਿੱਚ ਮਨ ਰਸ ਮੰਨਦਾ ਹੈ, ਉਧਰ ਨੂੰ ਹੀ ਪ੍ਰਵਿਰਤ ਹੋ ਜਾਂਦਾ ਹੈ। ਜਿੰਨੇ ਪਾਪ ਅਣਹੋਏ ਹੁੰਦੇ ਆ ਨਾ ਉਹ ਸਾਰੇ ਨਿੰਦਕ ਦੇ ਸਿਰ ਤੇ ਚੜ ਜਾਂਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਕਿਹਾ ਕਿ ਵਕਾਰ ਪਾਥਰ ਗਲਹਿ ਬੰਦ ਹੈ, ਨਿੰਦ ਪੋਟ ਸਿਰਾਏ। ਨਿੰਦਾ ਦੀ ਪੋਟ ਗੰਢ ਜਿਹੜੀ ਹੈ ਨਾ ਵੱਡੀ ਪੰਡ, ਉਹ ਤੂੰ ਸਿਰ ਤੇ ਚੱਕੀ ਹੋਈ ਹੈ ਤੇ ਪਰ ਵੇਖ ਲੈ ਮਹਾਸਾਗਰ ਸਮੁੰਦ ਲੰਘਣਾ, ਮਹਾਸਾਗਰ ਵਹਿ ਸਮੁੰਦਰ ਜਿਹੜਾ ਸੰਸਾਰ ਇਹ ਤੂੰ ਲੰਘਣਾ ਹੈ ਤੇ ਪਾਰ ਨਾ ਪਰਨਾ ਜਾਏ। ਪਰ ਤੇਰੇ ਕੋਲੋਂ ਫਿਰ ਪਾਰ ਨਹੀਂ ਪਿਆ ਜਾਣਾ, ਕਿਉਂਕਿ ਪਰਾ ਇਸਤਰੀ ਦੇ ਰੂਪ ਨੂੰ ਵੇਖਣੇ ਕਰਕੇ ਵਕਾਰ ਪਾਥਰ ਗਲਹਿ ਬੰਨ੍ਹ। ਵਕਾਰਾਂ ਰੂਪੀ ਪੱਥਰ ਤੂੰ ਗਲ ਵਿੱਚ ਬੰਨ੍ਹ ਲਏ ਐ ਤੇ ਨਿੰਦਾ ਦੀ ਪੰਡ ਸਿਰ ਤੇ ਚੱਕ ਲਈ ਐ। ਦੱਸ ਕਿਵੇਂ ਇਸ ਸੰਸਾਰ ਸਮੁੰਦਰ ਨੂੰ ਲੰਘ ਜਾਵੇਂਗਾ। ਮਨ ਰੇ ਕੌਣ ਕੁ ਮਤ ਤੈ ਲੀਨੀ, ਇਹ ਕਿਹੜੀ ਖੋਟੀ ਮਤ ਤੂੰ ਧਾਰਨ ਕਰ ਲਈ ਐ। ਪਰ ਦਾਰਾ ਨਿੰਦਿਆ ਰਸ ਰਚਿਓ। ਪਰ ਇਸਤਰੀ ਦੇ ਜਿਹੜਾ ਹੈ ਵੇਖਣ ਵਿੱਚ ਤੇ ਮਹਾਰਾਜ ਕਹਿੰਦੇ ਭੋਗਣ ਵਿੱਚ, ਫੁਰਨਿਆਂ ਵਿੱਚ, ਕਾਮ ਦੇ ਫੁਰਨਿਆਂ ਵਿੱਚ ਤੇ ਨਿੰਦਾ ਕਰਨ ਵਿੱਚ, ਕਿਉਂਕਿ ਨਿੰਦਾ ਉਹਦੀ ਕਰਦਾ ਹੈ ਜਿਹਦੇ ਨਾਲ ਈਰਖਾ ਹੁੰਦੀ ਹੈ ਤੇ ਖਿਆਲ ਹੋਵੇ ਮਨ ਦੇ ਅੰਦਰ ਕਿ ਇਹ ਮੇਰੀ ਬਰਾਬਰਤਾ ਕਰਦਾ ਹੈ, ਇਹ ਮੇਰੇ ਬਰਾਬਰ ਕਿਉਂ ਆਉਣਾ ਚਾਹੁੰਦਾ ਹੈ। ਨਿੰਦਾ ਕਰਕੇ ਫਿਰ ਉਹਦੀ ਛੁਟਿਆਈ ਕਰਨੀ, ਕਿਸੇ ਨਾ ਕਿਸੇ ਬਹਾਨੇ ਕੋਈ ਗੱਲ ਕੱਢ ਲੈਣੀ ਤੇ ਆਪਣੀ ਨਿੰਦਾ ਨੂੰ ਵੀ ਧਰਮ ਦਾ ਜਾਮਾ ਪਹਿਨਾਉਣ ਦਾ ਯਤਨ ਕਰਦਾ, ਮਰਿਆਦਾ ਦਾ ਜਾਮਾ ਪਹਿਨਾਉਣ ਦਾ ਯਤਨ ਕਰਦਾ, ਵਿੱਚੋਂ ਹੁੰਦਾ ਕਾਰਨ ਈਰਖਾ ਦਾ ਹੈ। ਮਹਾਰਾਜ ਕਹਿੰਦੇ ਤੂੰ ਕਿਹੜੀ ਖੋਟੀ ਮਤ ਧਾਰਨ ਕਰ ਲਈ ਐ। ਰਾਮ ਭਗਤ ਨਹਿ ਕੀਨੀ। ਵਾਹਿਗੁਰੂ ਦੀ ਰਮੇ ਹੋਏ ਰਾਮ ਦੀ ਪਰਮੇਸ਼ਰ ਦੀ ਭਗਤੀ ਕਰਨੀ ਚਾਹੀਦੀ ਸੀ ਨਾ। ਭਗਤੀ ਤੂੰ ਵਾਹਿਗੁਰੂ ਦੀ ਕੀਤੀ ਨਹੀਂ, ਵਾਹਿਗੁਰੂ ਦਾ ਨਾਮ ਜਪਿਆ ਨਹੀਂ। ਇਹ ਤੂੰ ਮਨ ਵਿੱਚ ਖਿਆਲ ਕਰ ਕਿ ਕਿੰਨਾ ਸਮਾਂ ਤੈਨੂੰ ਪਰ ਇਸਤਰੀ ਦੀ ਚਿਤਮਨੀ ਲੱਗੀ ਰਹਿੰਦੀ ਹੈ, ਕਿੰਨਾ ਸਮਾਂ ਤੂੰ ਨਿੰਦਾ ਕਰਦਾ ਜਾਂ ਤੇਰੇ ਅੰਦਰ ਫੁਰਨੇ ਹੀ ਕਿਸੇ ਪ੍ਰਤੀ ਨਿੰਦਾ ਦੇ ਚੱਲਦੇ ਰਹਿੰਦੇ ਐ। ਤੇਰਾ ਮਨ ਕਿਹੋ ਜਿਹੇ ਖਿਆਲਾਂ ਵਿੱਚ ਗੁੰਮਿਆ ਰਹਿੰਦਾ ਹੈ ਤੇ ਕਿੰਨਾ ਚਿਰ ਤੂੰ ਇਹ ਕਰਮ ਕਰਦਾ ਹੈ ਤੇ ਕਿੰਨਾ ਚਿਰ ਰਾਮ ਦੀ ਭਗਤੀ ਕਰਦਾ, ਕਿੰਨਾ ਚਿਰ ਵਾਹਿਗੁਰੂ ਨੂੰ ਚੇਤੇ ਕਰਦਾ ਹੈ। ਹਜੂਰ ਕਹਿੰਦੇ ਆਪਣੇ ਮਨ ਦੇ ਅੰਦਰ ਵੇਖ ਤੇ ਪੁੱਛ ਆਪਣੇ ਮਨ ਨੂੰ ਕਿ ਮਨ ਰੇ ਕੌਣ ਕੁ ਮਤ ਤੈ ਲੀਨੀ, ਇਹ ਕਿਹੜੀ ਖੋਟੀ ਮਤ ਤੂੰ ਧਾਰਨ ਕਰ ਲਈ ਹੈ। ਤੈਨੂੰ ਚਾਹੀਦਾ ਸੀ ਕਿ ਵਾਹਿਗੁਰੂ ਦੇ ਪਿਆਰ ਵਾਲੀ ਮਤ ਧਾਰਨ ਕਰ ਦੋ, ਤੈਨੂੰ ਚਾਹੀਦਾ ਸੀ ਕਿ ਆਤਮ ਵਿਛਾਣੀ ਮਤ ਧਾਰਨ ਕਰ ਦੋ, ਜਿਸ ਮਤ ਦੇ ਨਾਲ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ। ਪਰ ਤੂੰ ਇਹ ਕਿਹੜੀ ਖੋਟੀ ਮਤ ਲੈ ਲੈਣਾ ਕੀਤੀ ਹੈ, ਕਿਨ ਦਿੱਤੀ ਹੈ ਤੈਨੂੰ ਇਹ ਖੋਟੀ ਮਤ। ਤੂੰ ਹਟਦਾ ਹੀ ਨਹੀਂ ਇਸ ਗੱਲ ਤੋਂ। ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਸੀ ਨਾ। ਰਾਮ ਭਗਤ ਨਹਿ ਕੀਨੀ, ਵਾਹਿਗੁਰੂ ਦੀ ਭਗਤੀ ਤਾਂ ਕੀਤੀ ਨਹੀਂ। ਜਦੋਂ ਭਗਤੀ ਕਰਨ ਵੀ ਲੱਗਦਾ ਨਾ ਤਾਂ ਖੋਟੀ ਮਤ ਹੀ ਆ ਕਰਕੇ ਸਾਹਮਣੇ ਖਲੋਂਦੀ ਹੈ ਸਭ ਤੋਂ ਪਹਿਲਾਂ। ਜਦੋਂ ਸੰਗਤ ਕਰੇ ਨਾਮ ਜਪੇ ਤੇ ਖੋਟੀ ਮਤ ਇਹੋ ਜਿਹੇ ਫੁਰਨੇ ਫੋਰਦੀ ਹੈ ਕਿ ਇਹਨੂੰ ਭੈੜੇ ਖਿਆਲਾਤ ਅੰਦਰ ਆਉਂਦੇ ਆ ਤੇ ਖੋਟੀ ਮਤ ਇੰਨਾ ਜ਼ਿਆਦਾ ਪ੍ਰਬਲਤਾ ਵਿਖਾਉਂਦੀ ਹੈ ਭਜਨ ਵਿੱਚ ਜੁੜਦਾ ਹੀ ਨਹੀਂ। ਹੱਥ ਵਿੱਚ ਗੁਟਕਾ ਸਾਹਿਬ ਫੜਿਆ ਹੁੰਦਾ, ਬੈਠਾ ਕੀਰਤਨ ਤੇ ਕਥਾ ਸੁਣਦਾ ਹੈ, ਪਰ ਖੋਟੀ ਮਤ ਜਦੋਂ ਫਿਰ ਆਪਣਾ ਜ਼ੋਰ ਵਿਖਾਉਂਦੀ ਹੈ ਨਾ, ਉੱਥੇ ਹੀ ਇਹਨੂੰ ਇਹੋ ਜਿਹੇ ਭੈੜੇ ਫੁਰਨੇ ਫੋਰਦੀ ਹੈ ਮਤ, ਇਹੋ ਜਿਹੇ ਖਿਆਲ ਉਤਪੰਨ ਅੰਦਰ ਕਰਦੀ ਹੈ ਮਤ। ਭਜਨ ਵੱਲੋਂ ਫਿਰ ਮਨ ਉਪਰਾਮ ਹੋ ਜਾਂਦਾ। ਰਾਮ ਭਗਤ ਨਹਿ ਕੀਨੀ, ਰਾਮ ਦੀ ਭਗਤੀ ਕਰਦਾ ਹੀ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਹ ਖੋਟੀ ਮਤ ਤੈਨੂੰ ਕਿਨ ਦੇ ਦਿੱਤੀ ਹੈ। ਗੁਰਮਤ ਤੈਨੂੰ ਸਤਿਗੁਰੂ ਜੀ ਇੰਨੀ ਦਿੰਦੇ ਆ, ਪਰ ਥੋੜੀ ਜਿੰਨੀ ਵੀ ਤੂੰ ਮਨ 'ਚ ਧਾਰਨ ਨਹੀਂ ਕਰਦਾ। ਕਿੰਨੀ ਗੁਰਮਤ ਸੁਣਦਾ ਹੈ, ਗੁਰੂ ਜੀ ਦੀ ਸਿੱਖਿਆ ਨੂੰ ਸੁਣਦਾ ਵੀ ਹੈ,
ਮਨ ਕਰਕੇ ਮੰਨ ਵੀ ਲੈਂਦਾ ਹੈ, ਪਰ ਮਹਾਰਾਜ ਕਹਿੰਦੇ ਉਹ ਤਾਂ ਤੂੰ ਧਾਰਨ ਨਹੀਂ ਕਰਦਾ, ਖੋਟੀ ਮਤ ਕਿਵੇਂ ਧਾਰਨ ਕਰੀ ਬੈਠਾ ਹੈ। ਇਹ ਸਿੱਖਿਆ ਲੈ ਕਰਕੇ ਮਹਾਰਾਜ ਕਹਿੰਦੇ ਇਹਨੂੰ ਕਿੱਦਾਂ ਅੰਦਰ ਵਸਾ ਲਿਆ, ਤੈਨੂੰ ਕਿੰਨੇ ਦੇ ਦਿੱਤੀ ਇਹ ਸਿੱਖਿਆ। ਗੁਰੂ ਜੀ ਇੰਨੀ ਸਿੱਖਿਆ ਦਿੰਦੇ ਐ, ਉਹ ਸਿੱਖਿਆ ਦਾ ਤਾਂ ਧਾਰਨ ਹੀ ਨਹੀਂ ਕੀਤੀ। ਵਾਹਿਗੁਰੂ ਦਾ ਨਾਮ ਜਪਣ ਲਈ ਮਹਾਰਾਜ ਕਿੰਨਾ ਉਪਦੇਸ਼ ਹਜੂਰ ਪਿਆਰ ਨਾਲ ਦਿੰਦੇ ਐ, ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵਾਹਿਗੁਰੂ ਦੀ ਭਗਤੀ ਨਾ ਤੂੰ ਕਰਨਾ ਕੀਤੀ। ਰਹਾਉ ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਮੁਕਤ ਪੰਥ ਜਾਣਿਓ ਤੈ ਨਾਹਨ। ਫਿਰ ਮੁਕਤੀ ਦਾ ਰਾਹ, ਜਿਹੜਾ ਮੁਕਤ ਹੋਣ ਦਾ ਇਸ ਦੇਹ ਤੋਂ, ਇਸ ਪਿੰਜਰੇ ਤੋਂ ਛੁੱਟ ਜਾਣ ਦਾ, ਇਹਨਾਂ ਸਾਰੇ ਬੰਧਨਾਂ ਤੋਂ ਛੁੱਟ ਜਾਣ ਦਾ ਰਸਤਾ ਮਹਾਰਾਜ ਕਹਿੰਦੇ ਤੂੰ ਜਾਣਿਆ ਹੀ ਨਹੀਂ। ਤੂੰ ਤਾਂ ਛੂਟਣ ਕੀ ਵਿਦ ਜਿਹੜੀ ਹੈ ਉਹ ਤੂੰ ਜਾਣੀ ਨਹੀਂ, ਤੇ ਫਸਣ ਦੀਆਂ ਵਿਧੀਆਂ ਸਾਰੀਆਂ ਤੈਨੂੰ ਆਉਂਦੀਆਂ, ਇਹ ਕਿੱਥੋਂ ਸਿੱਖ ਲਈਆਂ ਤੈਂ। ਮਹਾਰਾਜ ਕਹਿੰਦੇ ਜਿਹੜੀ ਛੂਟਣ ਕੀ ਇੱਕ ਕੋਈ ਇੱਕ ਅੱਧਾ ਹੀ ਛੁੱਟਣ ਦੀ ਵਿਧੀ ਜਿਹੜੀ ਹੈ ਨਾ, ਉਹ ਫਿਰ ਪਿਆਰ ਲਾ ਕੇ ਜਾਣਦਾ ਹੈ। ਆਪਣੇ ਮਨ ਨੂੰ ਪ੍ਰਬੋਧ, ਮੁਕਤ ਪੰਥ ਜਾਣਿਓ ਤੈ ਨਾਹਨ। ਜਿਹੜਾ ਮੁਕਤੀ ਦਾ ਰਸਤਾ ਹੈ ਨਾ, ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ, ਜਿਹੜਾ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਦੱਸਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਅੰਮ੍ਰਿਤ ਵੇਲੇ ਉੱਠਣਾ, ਵਾਹਿਗੁਰੂ ਨਾਮ ਜਪਣਾ, ਦਸਾਂ ਨਾਹਾਂ ਦੀ ਕਿਰਤ ਕਰਨੀ, ਵੰਡ ਕੇ ਛਕਣਾ, ਦਸਵੰਧ ਕੱਢਣਾ, ਪਰਉਪਕਾਰ ਕਰਨੇ, ਮਿੱਠਾ ਬੋਲਣਾ, ਧਰਮ ਮਨ ਬਾਣੀ ਸਰੀਰ ਕਰਕੇ ਕਮਾਉਣਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਮੁਕਤ ਪੰਥ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇਹ ਸਿੱਖੀ ਧਰਮ ਬਖਸ਼ਿਆ ਹੋਇਆ ਮੁਕਤ ਪੰਥ ਹੈ। ਪੰਥ ਦਾ ਅਰਥ ਹੈ ਰਸਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਸ ਸਿੱਖੀ ਦਾ ਮਾਰਗ ਇਹੋ ਜਿਹਾ ਦੱਸਿਆ ਜਿਹੜਾ ਸਿੱਧਾ ਹੀ ਮੁਕਤ ਹੈ, ਸੱਚਖੰਡ ਨੂੰ ਜਾਂਦਾ ਹੈ। ਤੇ ਮਹਾਰਾਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਐ, ਮੁਕਤੀ ਦਾ ਪੰਥ ਤੂੰ ਰਾਹ ਜਾਣਿਆ ਹੀ ਨਹੀਂ। ਮੁਕਤ ਹੋਣ ਦੀ ਤੇਰੀ ਇੱਛਾ ਹੀ ਹੈ ਨਹੀਂ, ਕਦੇ ਸੰਕਲਪ ਹੀ ਨਹੀਂ ਜਾਗਿਆ। ਇੱਛਾ ਜਾਗਣੀ ਕਿੱਥੋਂ ਹੈ? ਕਿਉਂਕਿ ਤੂੰ ਤਾਂ ਨਿੰਦਿਆ ਦੇ ਰਸ ਵਿੱਚ ਰਚਿਆ ਹੋਇਆ। ਨਿੰਦਾ ਕਰਨ ਦਾ ਤੈਨੂੰ ਇੰਨਾ ਮਜ਼ਾ ਆਉਂਦਾ ਹੈ, ਇੰਨਾ ਸੁਣਨ ਦਾ ਆਨੰਦ ਆਉਂਦਾ ਹੈ ਕਿ ਤੂੰ ਬਸ ਇਸ ਸੰਸਾਰ ਦੇ ਵਿੱਚ ਹੀ ਉਲਝਿਆ ਹੋਇਆ, ਸ਼ਰੀਰਾਂ ਦੀਆਂ ਵਡਿਆਈਆਂ ਵਿੱਚ ਹੀ ਫਸਿਆ ਹੋਇਆ। ਤੈਨੂੰ ਦੂਸਰੇ ਦਾ ਪ੍ਰਤਾਪ ਚੰਗਾ ਨਹੀਂ ਲੱਗਦਾ, ਵੇਖ ਕੇ ਸੜ ਜਾਣਾ ਹੈ। ਤੇਰੇ ਕੋਲ ਆਪਣੇ ਸਰੀਰ ਦੀ ਜਿਹੜੀ ਹੈ ਨਿੰਦਾ ਬਰਦਾਸ਼ਤ ਨਹੀਂ ਹੁੰਦੀ, ਦੂਸਰੇ ਦੀ ਕਰਦਾ ਹੈ, ਆਪ ਦੀ ਨਿੰਦਾ ਤੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦੀ। ਭਾਵੇਂ ਕੋਈ ਸੱਚਾ ਹੀ ਔਗਣ ਤੇਰਾ ਕੱਢ ਕੇ ਦੱਸ ਦੇ, ਅੱਗ ਬਗੂਲਾ ਹੋ ਜਾਣਾ। ਵੇਖ ਲੈ ਤੇਰੀ ਹਾਲਤ ਕੀ ਹੈ, ਤੇ ਤੂੰ ਮੁਕਤੀ ਦਾ ਰਾਹ ਕੀ ਜਾਣਨਾ ਹੈ। ਭਾਵੇਂ ਕਿ ਸਰੀਰ ਕਰਕੇ ਕਿੰਨਾ ਚਿਰ ਤੈਨੂੰ ਗੁਰੂ ਜੀ ਦਾ ਉਪਦੇਸ਼ ਸੁਣਦਿਆਂ ਤੇਰੀ ਉਮਰ ਲੰਘ ਗਈ ਹੈ, ਭਾਵੇਂ ਕਿ ਗੁਰੂ ਅਸਥਾਨ ਤੇ ਵੀ ਰਹਿੰਦਿਆਂ ਕਿੰਨਾ ਤੇਰਾ ਜੀਵਨ ਲੰਘ ਗਿਆ ਹੈ, ਕਿੰਨਾ ਤੂੰ ਉਪਦੇਸ਼ ਸੁਣਿਆ ਵੀ ਹੈ, ਪਰ ਮਹਾਰਾਜ ਕਹਿੰਦੇ ਆਪਣੇ ਮਨ ਨੂੰ ਪੁੱਛ ਕੇ ਵੇਖ ਕਿ ਤੂੰ ਮੁਕਤ ਹੋਣ ਦੀ ਇੱਛਾ ਕੀਤੀ ਹੈ। ਆਪਣੇ ਮਨ ਨੂੰ ਪੁੱਛ ਪ੍ਰਬੋਧ ਕਿ ਮੁਕਤੀ ਦੀ ਇੱਛਾ ਤੇਰੇ ਅੰਦਰ ਜਾਗੀ ਹੈ? ਨਹੀਂ, ਜਾਗੀ ਹੀ ਨਹੀਂ, ਕਿਉਂਕਿ ਤੂੰ ਮੁਕਤ ਆਪ ਹੋਣਾ ਹੀ ਨਹੀਂ ਚਾਹੁੰਦਾ। ਭੈੜਿਆਂ ਰਸਾਂ ਵਿੱਚ, ਖੋਟੀ ਮੱਤ ਵਿੱਚ ਤੂੰ ਲੱਗਾ ਹੋਇਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਵਾਹਿਗੁਰੂ ਦਾ ਨਾਮ ਜਪਣ ਰੂਪੀ ਮੁਕਤ ਪੰਥ ਤੈਂ ਜਾਣਿਆ ਨਹੀਂ। ਮੁਕਤੀ ਦਾ ਰਾਹ ਕੀ ਹੈ? ਵਾਹਿਗੁਰੂ ਵਾਹਿਗੁਰੂ ਜਪਣਾ, ਪਰਮੇਸ਼ਰ ਦੇ ਨਾਮ ਨੂੰ ਜਪਣ ਦਾ। ਮਹਾਰਾਜ ਕਹਿੰਦੇ ਮੁਕਤ ਦਾ ਪੰਥ ਹੈ, ਮੁਕਤੀ ਦੇ ਪ੍ਰਾਪਤੀ ਦਾ ਰਾਹ ਹੈ, ਪਰ ਇਹ ਤੂੰ ਜਾਣਿਆ ਹੀ ਨਹੀਂ ਹੈ, ਖੋਟੀ ਮਤ ਧਾਰਨ ਕੀਤੀ ਹੈ। ਧਨ ਜੋਰਨ ਕਉ ਧਾਇਆ। ਮੁਕਤੀ ਵਾਸਤੇ ਥੋੜਾ ਦੌੜਦਾ ਤੂੰ, ਧਨ ਜੋਰਨ ਕਉ ਧਾਇਆ। ਧਨ ਦੇ ਜੋੜਨ ਵਾਸਤੇ ਹਲਕਾਰੇ ਵਾਂਗੂ ਜਦੋਂ ਅੰਮ੍ਰਿਤ ਵੇਲੇ ਉੱਠਣਾ ਹੋਵੇ ਭਜਨ ਕਰਨ ਲਈ, ਤਾਂ ਫਿਰ ਤਾਂ ਤੇਰੇ ਤੋਂ ਉੱਠਿਆ ਨਹੀਂ ਜਾਂਦਾ। ਪਰ ਜੇ ਤੂੰ ਮਾਇਆ ਇਕੱਠੀ ਕਰਨੀ ਹੈ ਤਾਂ ਫਿਰ ਤੂੰ ਉੱਠ ਪੈਂਦਾ ਅੰਮ੍ਰਿਤ ਵੇਲੇ। ਫਿਰ ਖਰੇ ਤੈਨੂੰ ਕਿਵੇਂ ਜਾਗ ਆ ਜਾਂਦੀ ਹੈ, ਤੇਰੇ ਸਰੀਰ 'ਚ ਬਲ ਆ ਜਾਂਦਾ, ਕਿਉਂਕਿ ਧਨ ਜੋੜਨ ਕਉ ਧਾਇਆ। ਧਨ ਦੇ ਜੋੜਨ ਵਾਸਤੇ, ਉਹਦੀ ਪ੍ਰਾਪਤੀ ਵਾਸਤੇ ਤੂੰ ਬਹੁਤ ਦੌੜਦਾ ਹੈ, ਬੜਾ ਤੇਰੇ ਸਰੀਰ 'ਚ ਬਲ ਆ ਜਾਂਦਾ, ਤੇਰੇ ਮਨ 'ਚ ਉਦਮ ਆ ਜਾਂਦਾ ਬੜਾ ਜ਼ਿਆਦਾ। ਪਰ ਜਦੋਂ ਭਜਨ ਕਰਨਾ ਹੋਵੇ, ਅੰਮ੍ਰਿਤ ਵੇਲੇ ਉੱਠ ਕੇ ਗੁਰਮੰਤਰ ਜਪਣਾ ਹੈ,
ਫਿਰ ਸਾਰਾ ਹੀ ਤੇਰਾ ਉਦਮ ਖਤਮ ਹੋ ਜਾਂਦਾ। ਤੇਰੇ ਮਨ 'ਚ ਕੋਈ ਉਸ ਸਮੇਂ ਜਿਹੜੀ ਹੈ ਨਾ ਉਹ ਉਤੇਜਤਾ ਨਹੀਂ ਹੁੰਦੀ ਕਿ ਮੈਂ ਉੱਠਾਂ, ਮਨ ਆਲਸ ਪਾ ਦਿੰਦਾ ਹੈ। ਕੋਈ ਤੇਰੇ ਮਨ ਦੇ ਅੰਦਰ ਫਿਰ ਖਿਆਲ ਨਹੀਂ ਹੁੰਦਾ ਕਿ ਉੱਠ ਕੇ ਭਜਨ ਕਰਾਂ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਤੂੰ ਮੁਕਤੀ ਦੇ ਵਾਸਤੇ ਕੋਈ ਯਤਨ ਨਹੀਂ ਕਰਦਾ ਤੇ ਫਿਰ ਮੰਗਦਾ ਹੈ ਕਿ ਮੈਂ ਮਰਨ ਤੋਂ ਬਾਅਦ ਮੁਕਤ ਹੋ ਜਾ। ਦੱਸ ਤੂੰ ਜਦੋਂ ਇੱਛਾ ਹੀ ਨਹੀਂ ਕਰਦਾ ਆਪ ਤੇ ਫਿਰ ਤੈਨੂੰ ਇਹ ਮੁਕਤ ਪਦਾਰਥ ਮਿਲੇਗਾ ਕਿਵੇਂ? ਮਿਲੇਗਾ ਤੇ ਉਸੇ ਨੂੰ ਹੀ ਨਾ ਜਿਹੜਾ ਮਹਾਰਾਜ ਦੇ ਅੱਗੇ ਹੱਥ ਜੋੜ ਕਰਕੇ ਆਖੇਗਾ ਕਿ हे ਮਹਾਰਾਜ ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭਵਜਲ ਫੇਰਾ। ਮਹਾਰਾਜ ਮੈਨੂੰ ਫੇਰ ਨਾ ਇਸ ਸੰਸਾਰ ਵਿੱਚ ਭੇਜਿਓ, ਕਿਰਪਾ ਕਰੋ ਆਪਣੇ ਚਰਨਾਂ ਵਿੱਚ ਸਮਾ ਲਓ। ਮਹਾਰਾਜ ਮੈਨੂੰ ਆਪਣੀ ਪ੍ਰੀਤ ਲਾ ਦਿਓ। ਉਹਨੂੰ ਤਾਂ ਮੁਕਤ ਪਦਾਰਥ ਮਿਲੇਗਾ ਕਿਉਂਕਿ ਇੱਛਾ ਕੀਤੀ ਹੈ, ਮਹਾਰਾਜ ਦੇ ਨਾਲ ਪਿਆਰ ਕੀਤਾ ਹੈ, ਮੁਕਤੀ ਦਾ ਚਾਹਵਾਨ ਹੈ। ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਆਪ ਹੀ ਇਸ ਸਰੀਰ ਰੂਪੀ ਜਿਹੜਾ ਗੰਦ ਦਾ ਭਰਿਆ ਹੋਇਆ ਥੈਲਾ ਹੈ, ਤਾਂ ਹੀ ਗੰਦ ਦਾ ਥੈਲਾ ਕਿਹਾ ਨਾ ਕਿ ਭਜਨ ਨਹੀਂ ਕਰਦਾ। ਜੇ ਸ਼ੁਭ ਗੁਣ ਨਹੀਂ ਧਾਰਨ ਕਰਦਾ ਤੇ ਫਿਰ ਇਹ ਦੇਹ ਜਿਹੜੀ ਹੈ ਨਾ ਨਰਕ ਦਾ ਦਵਾਰ ਹੀ ਬਣ ਜਾਂਦੀ ਹੈ। ਐਸੀ ਹਾਲਤ ਹੈ। ਭਜਨ ਤੋਂ ਬਿਨਾ ਸਾਰੇ ਹੀ ਔਗਣ ਆ ਕਰਕੇ ਚਿੰਬੜ ਜਾਂਦੇ ਐ। ਬਾਹਰੋਂ ਵੀ ਦੇਹ ਕਿਸੇ ਪ੍ਰਕਾਰ ਵੀ ਪਵਿੱਤਰ ਨਹੀਂ ਹੁੰਦੀ ਤੇ ਅੰਦਰੋਂ ਫਿਰ ਮਨ ਵੀ ਜਦੋਂ ਪਵਿੱਤਰ ਨਹੀਂ ਹੁੰਦਾ, ਬਾਹਰੋਂ ਦੇਹ ਗੰਦਗੀ ਦੀ ਭਰੀ ਰਹਿੰਦੀ ਹੈ, ਅੰਦਰੋਂ ਵੀ ਇਹ ਇੱਕ ਮਹਾਰਾਜ ਕਹਿੰਦੇ ਗੰਦ ਦਾ ਹੀ ਪੁਤਲਾ ਬਣ ਜਾਂਦੀ ਜਦੋਂ ਮਨ ਦੇ ਅੰਦਰ ਫੁਰਨੇ ਹੀ ਭੈੜੇ ਆਉਂਦੇ ਰਹਿੰਦੇ ਐ। ਮੁਕਤ ਪੰਥ ਜਾਣਿਓ ਤੈ ਨਾਹਨ, ਮੁਕਤੀ ਦਾ ਰਸਤਾ ਤੂੰ ਜਾਣਿਆ ਨਹੀਂ ਸਤਸੰਗਤ। ਭਾਵ ਭਗਤੀ ਕਰਕੇ ਸਤਸੰਗਤ ਵਿੱਚ ਆਪਣੇ ਚਿੱਤ ਨੂੰ ਜੋੜਦਾ ਹੈ, ਤੂੰ ਜਾਣਿਆ ਹੀ ਨਹੀਂ, ਮੁਕਤੀ ਦਾ ਰਾਹ ਤੈਨੂੰ ਪਤਾ ਹੀ ਨਹੀਂ ਲੱਗਾ। ਤੇ ਮਹਾਰਾਜ ਕਹਿੰਦੇ ਧਨ ਜੋੜਨ ਕੋ ਧਾਇਆ, ਧਨ ਦੇ ਜੋੜਨ ਨੂੰ ਤੂੰ ਬਹੁਤ ਜ਼ਿਆਦਾ ਧੌਂਦਾ ਰਹਿਣਾ, ਹਲਕਾਰਾ ਬਣ ਕੇ ਦੌੜਾ ਫਿਰਦਾ ਰਹਿਣਾ ਹੈ, ਚੌਵਾਂ ਦਿਸ਼ਾ ਵਿੱਚ ਭੱਜਦਾ ਰਹਿੰਦਾ ਕਿ ਧਨ ਦਾ ਲਾਭ ਕਿਵੇਂ ਮਿਲੇ। ਇਹ ਸਿੱਖਿਆਵਾਂ ਤੂੰ ਦੂਜਿਆਂ ਨੂੰ ਵੀ ਦਿੰਦਾ ਰਹਿਣਾ ਬੜੀਆਂ ਜ਼ਿਆਦੀਆਂ ਕਿ ਆਹ ਕੰਮ ਕਰ ਫਿਰ ਜ਼ਿਆਦਾ ਲਾਭ ਮਿਲੇਗਾ, ਇਉਂ ਆਪਣਾ ਵਪਾਰ ਚਲਾ ਫਿਰ ਜ਼ਿਆਦਾ ਲਾਭ ਮਿਲੇਗਾ। ਇਉਂ ਮਹਾਰਾਜ ਕਹਿੰਦੇ ਆਪ ਤਾਂ ਤੂੰ ਖੋਟੀ ਮਤ ਧਾਰਨ ਕਰਕੇ ਵਿਗੜੀ ਗਿਆ ਨਾ ਭਜਨ ਵੱਲੋਂ, ਦੂਜਿਆਂ ਨੂੰ ਵੀ ਵਿਗਾੜਦਾ। ਕਿਉਂਕਿ ਇੱਕ ਮੱਝ ਲਿਬੜੀ ਦੂਸਰਿਆਂ ਨੂੰ ਵੀ ਲਬੇੜਦੀ ਹੈ, ਤਾਂ ਹੀ ਸਮਾਜ ਸਾਰਾ ਮਹਾਰਾਜ ਕਹਿੰਦੇ ਭਾਈ ਵਿਦਵੰਸੀ ਹੋ ਗਿਆ, ਖਰਾਬ ਹੀ ਹੋ ਗਿਆ। ਵੇਖ ਤੇਰੀ ਹਾਲਤ ਕੀ ਹੈ। ਜੇ ਜਿੰਨਾ ਧਨ ਜੋੜਨ ਨੂੰ ਦੌੜਦਾ, ਜੇ ਕਿਤੇ ਇੰਨਾ ਦੌੜ ਦੌੜ ਕੇ ਸੰਗਤ ਕਰੇ ਤਾਂ, ਜੇ ਕਦੇ ਇੰਨੀ ਉਤੇਜਤਾ ਦੇ ਨਾਲ ਤੂੰ ਵਾਹਿਗੁਰੂ ਨਾਲ ਪਿਆਰ ਕਰੇ ਤਾਂ ਫਿਰ ਵੇਖ ਤੈਨੂੰ ਕਿਹੋ ਜਿਹਾ ਸੁਖ ਪ੍ਰਾਪਤ ਹੋਵੇ। ਪਰ ਮਹਾਰਾਜ ਕਹਿੰਦੇ ਮਨ ਰੇ ਕੌਣ ਕੁਮਤ ਤੈ ਲੀਨੀ, ਇਹ ਵੇਖ ਤੂੰ ਕਿਹੜੀ ਖੋਟੀ ਮਤ ਧਾਰਨ ਕਰ ਲਈ ਹੈ। ਦਿਨਾਂ ਤੂੰ ਦੂਜਿਆਂ ਨੂੰ ਸਿੱਖਿਆਵਾਂ, ਪਰ ਆਪਣੇ ਮਨ 'ਚ ਝਾਤੀ ਮਾਰ ਕੇ ਤੂੰ ਕਿਹੋ ਜਿਹੀ ਭੈੜੀ ਮਤ ਧਾਰਨ ਕਰੀ ਬੈਠਾ। ਧਨ ਦੇ ਇਕੱਠਿਆਂ ਕਰਨ ਵਿੱਚ ਤਾਂ ਬੜਾ ਦੌੜਦਾ ਹੈ, ਤੇ ਧਨ ਮਿਲਣਾ ਹੋਵੇ ਤਾਂ ਤੂੰ ਭੱਜ ਭੱਜ ਕੇ ਫਿਰ ਕਥਾ ਵੀ ਕਰਦਾ ਹੈ, ਬੜੀ ਤੂੰ ਤੇਜ਼ਤਾ ਨਾਲ ਜਾਂਦਾ। ਪਰ ਜੇ ਤੈਨੂੰ ਪਤਾ ਲੱਗੇ ਕਿ ਧਨ ਹੀ ਨਹੀਂ ਮਿਲਣਾ, ਫਿਰ ਤੈਨੂੰ ਕਥਾ ਵੀ ਨਹੀਂ ਔੜਦੀ ਹੈ। ਮਹਾਰਾਜ ਕਹਿੰਦੇ ਤੇਰਾ ਪ੍ਰਯੋਜਨ ਵਾਹਿਗੁਰੂ ਨੂੰ ਮਿਲਣ ਦਾ ਨਹੀਂ ਹੈ, ਤੇਰਾ ਪ੍ਰਯੋਜਨ ਮੁਕਤ ਹੋਣ ਦਾ ਨਹੀਂ ਹੈ। ਤੂੰ ਦੌੜ ਦੌੜ ਕੇ ਮਾਇਆ ਦੇ ਇਕੱਠਿਆਂ ਕਰਨ ਵਿੱਚ ਹੀ ਧੌਂਦਾ ਰਹਿਣਾ ਹੈ, ਭੱਜਦਾ ਰਹਿਣਾ ਹੈ। ਅੰਤ ਸੰਗ ਕਾਹੂ ਨਹੀਂ ਦੀਨਾ, ਅੰਤ ਨੂੰ ਤਾਂ ਮਹਾਰਾਜ ਕਹਿੰਦੇ ਕਿਸੇ ਨੇ ਵੀ ਤੇਰਾ ਸਾਥ ਨਹੀਂ ਦੇਣਾ। ਜਿਨ੍ਹਾਂ ਲਈ ਤੂੰ ਧਨ ਇਕੱਠਾ ਕਰਦਾ ਹੈ, ਅੰਤ ਸੰਗ ਕਾਹੂ ਨਹੀਂ ਦੀਨਾ। ਨਾ ਹੀ ਤੇਰੇ ਧਨ ਨੇ ਨਾਲ ਚੱਲਣਾ, ਨਾ ਜੋ ਕੁਝ ਤੂੰ ਕਰੀ ਜਾਂਦਾ ਜਿਨ੍ਹਾਂ ਵਾਸਤੇ। ਮਹਾਰਾਜ ਕਹਿੰਦੇ ਇਹਨਾਂ ਵਿੱਚੋਂ ਵੀ ਕੋਈ ਸੰਬੰਧੀ, ਕੋਈ ਪੁੱਤਰ, ਕੋਈ ਮਿੱਤਰ, ਕੋਈ ਇਸਤਰੀ, ਕੋਈ ਪਤੀ ਕਿਸੇ ਦੇ ਨਾਲ ਚੱਲਿਆ ਨਾ। ਮਹਾਰਾਜ ਕਹਿੰਦੇ ਅੰਤ ਸੰਗ ਕਾਹੂ ਨਹੀਂ ਦੀਨਾ, ਕਿਸੇ ਨੇ ਵੀ ਅੰਤ ਨੂੰ ਤੇਰਾ ਸਾਥ ਨਹੀਂ ਦੇਣਾ ਹੈ। ਜਦੋਂ ਤੂੰ ਪਰਲੋਕ ਨੂੰ ਚੱਲੇਗਾ ਉਦੋਂ ਤਾਂ ਫਿਰ ਜਿਹੜੇ ਤੂੰ ਕੁਕਰਮ ਕੀਤੇ ਐ, ਜਿਹੜੀ ਤੂੰ ਖੋਟੀ ਮਤ ਧਾਰਨ ਕੀਤੀ ਹੈ, ਉਹ ਤੇਰਾ ਅੰਤःਕਰਨ ਉੱਥੇ ਪੜਿਆ ਜਾਣਾ ਹੈ। ਜਿਹੜਾ ਕੁਝ ਤੂੰ ਇੱਥੇ ਧਾਰਨ ਕਰ ਛੱਡਿਆ ਨਾ, ਉਹ ਹੀ ਉੱਥੇ ਫਿਰ ਪੜਿਆ ਜਾਣਾ। ਜਦੋਂ ਤੇਰੇ ਅੰਤःਕਰਨ ਰੂਪੀ ਕਾਗਜ਼ ਤੇ ਕੋਈ ਪ੍ਰੀਤ ਦਾ ਲੇਖ ਨਾ ਲੱਭਿਆ, ਕੋਈ ਚੰਗਾ ਕਰਮ ਨਾ ਲੱਭਿਆ, ਕੋਈ ਮੁਕਤੀ ਦੀ ਚੇਸ਼ਟਾ ਵਾਲਾ ਕਰਮ ਨਾ ਲੱਭਿਆ,
ਕੋਈ ਵਾਹਿਗੁਰੂ ਦੀ ਭਗਤੀ ਵਾਲਾ ਕਰਮ ਨਾ ਲੱਭਿਆ ਤੇ ਵੇਖ ਤੇਰਾ ਕੀ ਹਾਲ ਹੋਵੇਗਾ ਫਿਰ ਉੱਥੇ। ਮਹਾਰਾਜ ਕਹਿੰਦੇ ਉੱਥੇ ਮਾਰ ਮੋਹੇ ਮੋਹੇ ਖਾਏ, ਉੱਥੇ ਫਿਰ ਮੂੰਹ ਦੇ ਉੱਤੇ ਮਾਰ ਖਾਣੀ ਪਵੇਗੀ, ਬੜੀ ਜ਼ਿਆਦੀ ਤੈਨੂੰ ਬੇਇੱਜ਼ਤੀ ਝੱਲਣੀ ਪਵੇਗੀ, ਨਰਾਦਰ ਤਾਂ ਹੋਵੇਗਾ ਹੀ, ਸਜ਼ਾਵਾਂ ਬੜੀਆਂ ਘਿਨਾਉਣੀਆਂ ਨੇ, ਬੜੀਆਂ ਭੈੜੀਆਂ। ਉਸ ਦੁੱਖ ਨੂੰ ਚੇਤੇ ਕਰਕੇ ਤੂੰ ਖੋਟੀ ਮਤ ਨਾਸ਼ ਕਰ ਲੈ। ਆਪਣੇ ਮਨ ਦੀ ਮਤ ਜਿਹੜੀ ਭੈੜੀ ਹੈ ਨਾ, ਇਹਨੂੰ ਸਮਾਪਤ ਕਰ ਲੈ। ਤੇ ਇਹ ਗੱਲਾਂ ਨਾਲ ਨਹੀਂ ਹੁੰਦੀ, ਭਜਨ ਦੇ ਕਰਨ ਨਾਲ ਹੁੰਦੀ ਹੈ। ਵਾਹਿਗੁਰੂ ਵਾਹਿਗੁਰੂ ਜਿੰਨੀ ਤੀਬਰਤਾ ਨਾਲ ਜਪੇਂਗਾ, ਅੰਮ੍ਰਿਤ ਵੇਲੇ ਉੱਠ ਕੇ ਸੁਰਤ ਜੋੜੇਂਗਾ, ਜਿਵੇਂ ਸਾਬਣ ਮੈਲ ਨੂੰ ਕੱਢ ਦਿੰਦਾ ਨਾ ਕੱਪੜੇ ਵਿੱਚੋਂ, ਇਵੇਂ ਤੇਰੇ ਖੋਟੀ ਮਤ ਦੀ ਮੈਲ ਜਿਹੜੀ ਆ ਨਾਮ ਰੂਪੀ ਸਾਬਣ ਕੱਢ ਦੇਵੇਗਾ। ਤਾਂ ਮਹਾਰਾਜ ਕਹਿੰਦੇ ਪਰ ਤੂੰ ਯਤਨ ਨਹੀਂ ਕਰਦਾ, ਤੂੰ ਨਾਮ ਦੇ ਜਪਣ ਨੂੰ ਤਾਂ ਕਦੇ ਵੀ ਉਦਮ ਹੀ ਨਹੀਂ ਕਰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਅੰਤ ਸੰਗ ਕਾਹੂ ਨਹੀਂ ਦੀਨਾ। ਜਿਸ ਨਾਮ ਨੇ ਸਾਥ ਦੇਣਾ ਸੀ ਉਹਦਾ ਤੂੰ ਜਪਿਆ ਨਹੀਂ, ਤੇ ਜੋ ਕੁਝ ਤੂੰ ਧਨ ਇਕੱਠਾ ਕਰ ਛੱਡਿਆ, ਜਿਨ੍ਹਾਂ ਲਈ ਇੰਨੀਆਂ ਮਿਹਨਤਾਂ ਕੀਤੀਆਂ, ਹਜੂਰ ਕਹਿੰਦੇ ਨੇ ਕਿਸੇ ਨੇ ਵੀ ਸੰਬੰਧੀ ਨੇ, ਪਰਿਵਾਰ ਦੇ ਕਿਸੇ ਜੀ ਨੇ ਅੰਤ ਨੂੰ ਸਾਥ ਨਹੀਂ ਦੇਣਾ ਹੈ। ਬਿਰਥਾ ਆਪ ਬੰਧਾਇਆ। ਵਿਅਰਥੀ ਤੂੰ ਆਪਣੇ ਆਪ ਨੂੰ ਵਾਸ਼ਨਾ ਰੂਪੀ ਸੰਗਲਾਂ ਵਿੱਚ ਬਣਾ ਛੱਡਿਆ ਹੈ। ਵਾਸ਼ਨਾ ਰੂਪੀ ਸੰਗਲਾਂ 'ਚ ਹੀ ਬੱਝਾ ਹੋਇਆ ਨਾ, ਕਿ ਧਰਮ ਦਾ ਕਰਮ ਕਰਨ ਲਈ ਵੀ ਤੇਰੇ ਕੋਲੋਂ ਘਰ ਹੀ ਨਹੀਂ ਛੱਡਿਆ ਜਾਂਦਾ। ਜਿਨ੍ਹਾਂ ਦਾ ਆਪਾਂ ਅੱਜ ਦਿਹਾੜਾ ਮਨਾ ਰਹੇ ਹਾਂ, ਸਾਰਾ ਕੁਝ ਹੀ ਛੱਡ ਕਰਕੇ ਵਾਹਿਗੁਰੂ ਤੇ ਆਸ ਰੱਖ ਕਰਕੇ ਉਹਨਾਂ ਨੇ ਆਪਣਾ ਜੀਵਨ ਜੀਵਿਆ। ਤੇ ਸੱਚੇ ਪਾਤਸ਼ਾਹ ਨੂੰ ਜਿਹੜੇ ਚੇਤੇ ਕਰਦੇ ਆ, ਉਹਨਾਂ ਨੂੰ ਫਿਰ ਸ਼ਹੀਦੀ ਪਾਉਣ ਦਾ ਚਾਅ ਹੁੰਦਾ ਹੈ। ਪਰ ਜਿਹਨੇ ਆਪਣੇ ਆਪ ਨੂੰ ਵਾਸ਼ਨਾ ਰੂਪੀ ਸੰਗਲਾਂ ਵਿੱਚ ਬੰਨ੍ਹ ਛੱਡਿਆ ਹੈ, ਬਣਾ ਛੱਡਿਆ ਹੈ ਖੋਟੀ ਮਤ ਦੁਆਰਾ, ਮਹਾਰਾਜ ਕਹਿੰਦੇ ਭਾਈ ਉਹ ਫਿਰ ਕਿੱਥੋਂ ਉਹਨਾਂ ਬੰਧਨਾਂ ਨੂੰ ਛੱਡ ਕਰਕੇ ਤੇ ਮੁਕਤੀ ਦੇ ਰਾਹ ਤੇ ਤੁਰਦਾ, ਨਹੀਂ ਉਹਦੇ ਕੋਲੋਂ ਤੁਰਿਆ ਨਹੀਂ ਜਾਂਦਾ। ਹਜੂਰ ਮਨ ਨੂੰ ਸਮਝਾਉਂਦੇ ਹੋਏ ਕਹਿੰਦੇ ਨੇ, ਵੇਖ ਵਿਅਰਥੀ ਬਣਾ ਛੱਡਿਆ ਨਾ ਤੂੰ ਆਪਣੇ ਆਪ ਨੂੰ। ਤੇਰੇ ਪੈਰਾਂ 'ਚ ਬੇੜੀਆਂ ਪਈਆਂ ਹੋਈਆਂ, ਤੇਰੇ ਹੱਥਾਂ ਵਿੱਚ ਹੱਥਕੜੀਆਂ ਲੱਗੀਆਂ ਹੋਈਆਂ, ਤੇਰੇ ਗਲ ਵਿੱਚ ਲੋਹੇ ਦਾ ਕੜਾ ਪਿਆ ਹੋਇਆ, ਤੌਕ ਪਿਆ ਹੋਇਆ, ਸੰਗਲਾਂ ਨਾਲ ਤੂੰ ਬੱਝਿਆ ਹੋਇਆ ਹੈ। ਇਹ ਸਾਰੀਆਂ ਵਾਸ਼ਨਾਵਾਂ ਰੂਪੀ ਸੰਗਲ ਤੈਨੂੰ ਪਏ ਹੋਏ ਐ। ਮਹਾਰਾਜ ਕਹਿੰਦੇ ਅੰਤ ਨੂੰ ਸਾਥ ਕਿਸੇ ਵੀ ਨਹੀਂ ਦੇਣਾ। ਵਿਅਰਥੀ ਤੂੰ ਐਵੇਂ ਇਹਨਾਂ ਵਾਸ਼ਨਾ ਰੂਪੀ ਸੰਗਲਾਂ ਵਿੱਚ ਆਪਣੇ ਆਪ ਨੂੰ ਬਣਾ ਛੱਡਿਆ ਏ। ਨਾ ਹਰ ਭਜਿਓ ਨਾ ਗੁਰ ਜਨ ਸੇਵਿਓ। ਮਹਾਰਾਜ ਇਹ ਵਾਸ਼ਨਾ ਰੂਪੀ ਸੰਗਲ ਕਿਵੇਂ ਟੁੱਟ ਸਕਦੇ ਐ? ਹਜੂਰ ਕਹਿੰਦੇ ਹਰੀ ਦਾ ਭਜਨ ਕਰਕੇ ਟੁੱਟ ਸਕਦੇ ਐ, ਤੇ ਜਿਹੜੇ ਗੁਰੂ ਜਨ ਹਨ ਉਹਨਾਂ ਦੀ ਸੇਵਾ ਕਰਕੇ ਟੁੱਟ ਸਕਦੇ ਐ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਪਰ ਤੇਰੀ ਹਾਲਤ ਕੀ ਹੈ? ਵੇਖ ਅੰਦਰ ਝਾਤੀ ਮਾਰ ਜਰਾ ਆਪਣੇ, ਮਨ ਰੇ ਕੌਣ ਕੁਮਤ ਹੈ ਲੀਨੀ, ਨਾ ਹਰ ਭਜਿਓ। ਕਿਹੜੀ ਖੋਟੀ ਮਤ ਲਈ ਹੈ? ਤੂੰ ਵਾਹਿਗੁਰੂ ਦਾ ਭਜਨ ਹੀ ਨਹੀਂ ਕੀਤਾ, ਨਾਮ ਹੀ ਨਹੀਂ ਜਪਿਆ, ਤੇ ਗੁਰੂ ਜਨ ਦੀ ਸੇਵਾ ਨਹੀਂ ਕੀਤੀ। ਫਿਰ ਗੁਰੂ ਜੀ ਦੇ ਜਨ ਜਿਹੜੇ ਸੇਵਕ ਹਨ, ਗੁਰੂ ਜੀ ਦੇ ਸਿੱਖ, ਉਹਨਾਂ ਦੀ ਵੀ ਤੂੰ ਸੇਵਾ ਹੀ ਨਹੀਂ ਕੀਤੀ। ਤੂੰ ਤਾਂ ਸਗੋਂ ਚੋਲੇ ਵੇਖ ਕੇ ਨਿੰਦਾ ਕੀਤੀ ਹੈ, ਤੂੰ ਗੁਰੂ ਜੀ ਦਾ ਬਾਣਾ ਵੇਖ ਕੇ ਨਿੰਦਾ ਕੀਤੀ ਹੈ, ਬਹੁਤ ਜ਼ਿਆਦਾ ਤੂੰ ਘਿਰਣਾ ਕੀਤੀ ਹੈ ਸਗੋਂ ਸਾਧੂਆਂ ਦੇ ਨਾਲ ਵੀ। ਤਾਂ ਸਤਿਗੁਰੂ ਜੀ ਕਹਿੰਦੇ ਭਾਈ ਤੇਰੀ ਹਾਲਤ ਕੀ ਹੈ? ਸਾਧੂ ਵੇਖ ਕੇ ਤੂੰ ਪਹਿਲਾਂ ਹੀ ਕਹਿੰਦਾ ਪਖੰਡੀ ਹੋਣਾ। ਤੂੰ ਕਿਹੜਾ ਕੋਈ ਗੱਲਬਾਤ ਕਰਕੇ ਉਹਨਾਂ ਕੋਲੋਂ ਗਿਆਨ ਪੁੱਛਿਆ? ਕਿਹੜਾ ਕੋਈ ਤੂੰ ਉਹਨਾਂ ਨਾਲ ਵਿਚਾਰ ਕੀਤੀ ਹੈ? ਪਰ ਸਿੱਧਾ ਤੇਰੇ ਮਨ ਦੇ ਅੰਦਰ ਇਹੋ ਜੀ ਖੋਟੀ ਮੱਤ ਹੈ ਕਿ ਤੂੰ ਕਿਸੇ ਨੂੰ ਮਿੱਥਦਾ ਹੀ ਨਹੀਂ। ਹਜੂਰ ਕਹਿੰਦੇ ਆ ਨਾ ਹਰ ਭਜਿਓ ਨਾ ਗੁਰਜਨ ਸੇਵਿਓ। ਗੁਰੂ ਜੀ ਦੇ ਜਨ ਜਿਹੜੇ ਪਿਆਰੇ ਐ, ਨਾ ਹੀ ਤੂੰ ਉਹਨਾਂ ਦੀ ਮਨ ਲਾ ਕੇ ਪ੍ਰੇਮ ਲਾ ਕੇ ਸੇਵਾ ਕੀਤੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਿਆਰਿਆਂ ਦੀ ਸੇਵਾ ਕਰੀਏ ਨਾ, ਲੰਗਰ ਛਕਾਈਏ, ਦੁਸ਼ਾਲਾ ਭੇਟ ਕਰੀਏ, ਮਾਇਆ ਭੇਟ ਕਰੀਏ, ਵਾਹਿਗੁਰੂ ਦੀ ਖੁਸ਼ੀ ਪ੍ਰਾਪਤ ਹੁੰਦੀ। ਇਹਨਾਂ ਸਾਧਨਾਂ ਨਾਲ ਮਨ ਦੀ ਮੈਲ ਕੱਟੀ ਜਾਂਦੀ। ਵਾਹਿਗੁਰੂ ਦਾ ਭਜਨ ਕਰੀਏ ਨਾ, ਤਾਂ ਭਜਨ ਕਰਨ ਦੇ ਨਾਲ ਇੰਨੀ ਮਨ ਤੋਂ ਮੈਲ ਲੱਥਦੀ ਹੈ ਕਿ ਮਨ ਨੂੰ ਸੁਖ ਪ੍ਰਾਪਤ ਹੋਣ ਲੱਗ ਜਾਂਦਾ। ਮਨ ਦੀ ਮੈਲ ਤਾਂ ਮਹਾਰਾਜ ਨੇ ਕਿਹਾ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਆ ਸਿਆਹੋ। ਤੇ ਫਿਰ ਜਿਹੜਾ ਮੈਲ ਦੇ ਕੱਟਣ ਦਾ ਯਤਨ ਵਾ ਉਹ ਤਾਂ ਤੂੰ ਕੀਤਾ ਨਹੀਂ। ਨਾ ਹਰ ਭਜਿਓ, ਵਾਹਿਗੁਰੂ ਦੇ ਨਾਮ ਦਾ ਭਜਨ ਨਹੀਂ ਕੀਤਾ।
ਤੇ ਮਹਾਰਾਜ ਨੇ ਕਿਹਾ ਬਿਨ ਭਜਨ ਭਜਨ ਅਹਲਾ ਜਨਮ ਗਈ। ਵਾਹਿਗੁਰੂ ਦੇ ਭਜਨ ਤੋਂ ਬਿਨਾ ਜਿਹੜਾ ਤੇਰਾ ਅਮੋਲਕ ਜਨਮ ਹੈ ਉਹ ਨਿਕਲ ਜਾਏਗਾ, ਤੇਰੇ ਹੱਥੋਂ ਚਲੇ ਜਾਏਗਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਾ ਹੀ ਤੂੰ ਗੁਰੂ ਜੀ ਦੇ ਜਨ ਪਿਆਰਿਆਂ ਸਿੱਖਾਂ ਦੀ ਸੇਵਾ ਵੀ ਨਹੀਂ ਕੀਤੀ, ਨਹਿ ਉਪਜਿਓ ਕਛ ਗਿਆਨਾ। ਤੂੰ ਨਾ ਹੀ ਤੇਰੇ ਅੰਦਰ ਕੁਛ ਗਿਆਨ ਫਿਰ ਪੈਦਾ ਹੋਇਆ, ਕਿਉਂਕਿ ਨਾਮ ਜਪਦਾ, ਗੁਰਮੁਖਾਂ ਦੀ ਸੇਵਾ ਕਰਦਾ, ਸਾਧੂਆਂ ਦੀ ਭਗਤਾਂ ਦੀ ਸੇਵਾ ਕਰਦਾ ਤਾਂ ਕੋਈ ਗਿਆਨ ਤੇਰੇ ਅੰਦਰ ਪ੍ਰਾਪਤ ਹੁੰਦਾ। ਤੇ ਜਦੋਂ ਤੂੰ ਨਾਮ ਹੀ ਨਹੀਂ ਜਪਿਆ, ਹੱਥੀਂ ਸੇਵਾ ਹੀ ਨਹੀਂ ਕੀਤੀ, ਨਾ ਗੁਰੂ ਜੀ ਦੇ ਚਰਨਾਂ ਦੇ ਵਿੱਚ ਸੀਸ ਰੱਖਿਆ, ਗੁਰੂ ਜੀ ਦੇ ਚਰਨਾਂ ਦੀ ਸੇਵਾ ਹੀ ਭਾਵਨਾ ਲਾ ਕੇ ਨਾ ਕੀਤੀ, ਗੁਰੂ ਜੀ ਦੇ ਪਿਆਰਿਆਂ ਦੀ ਸੇਵਾ ਨਾ ਕੀਤੀ, ਤਾਂ ਮਹਾਰਾਜ ਕਹਿੰਦੇ ਨਹਿ ਉਪਜਿਓ ਕਛ ਗਿਆਨਾ, ਜਿਸ ਕਰਕੇ ਨਾ ਹੀ ਤੈਨੂੰ ਕੁਝ ਗਿਆਨ ਉਪਜਿਆ। ਫਿਰ ਕਿਉਂਕਿ ਗਾਫਲ ਹੋਏ ਨੂੰ ਫਿਰ ਕੀ ਪਤਾ ਲੱਗਣਾ ਹੈ। ਪਰ ਮਹਾਰਾਜ ਕਹਿੰਦੇ ਜੇ ਜਿਹੜਾ ਚੂਹਾ ਅੱਖਾਂ ਮੀਟ ਲਵੇ ਤੇ ਕਹੇ ਬਿੱਲੀ ਨਹੀਂ ਆਈ, ਉਹਦੇ ਅੱਖਾਂ ਬੰਦ ਕਰਨ ਨਾਲ ਤਾਂ ਬਿੱਲੀ ਨਹੀਂ ਆਈ ਨਾ, ਉਹ ਤਾਂ ਆਈ ਪਈ ਹੈ। ਮਹਾਰਾਜ ਕਹਿੰਦੇ ਨੇ ਮਿਰਤ ਮੁੰਜਾਰ ਦੇਖ ਮੁਖ ਨਿਰਖਤ। ਸਤਿਗੁਰੂ ਜੀ ਕਹਿੰਦੇ ਮੌਤ ਰੂਪੀ ਬਿੱਲਾ ਤਾਂ ਤੇਰੇ ਮੂੰਹ ਵੱਲ ਵੇਖ ਰਿਹਾ ਹੈ ਤੇ ਤੇਰੇ ਅੰਦਰ ਇਹ ਗਿਆਨ ਹੀ ਨਹੀਂ ਉਪਜਿਆ, ਤੈਨੂੰ ਸੋਝੀ ਨਹੀਂ ਆਈ ਕਿ ਮੌਤ ਖਬਰੇ ਕਦੋਂ ਆ ਜਾਣੀ ਹੈ। ਤੇਰੇ ਅੰਦਰ ਇਹ ਗਿਆਨ ਹੀ ਨਹੀਂ ਉਪਜਿਆ ਕਿ ਸਰੀਰ ਮਿੱਥਿਆ ਛੁੱਟ ਜਾਣਾ ਹੈ। ਤੇਰੇ ਅੰਦਰ ਗਿਆਨ ਹੀ ਨਹੀਂ ਉਪਜਿਆ ਕਿ ਦੇਹ ਤੂੰ ਨਹੀਂ ਹੈ, ਤੂੰ ਤਾਂ ਦੇਹ 'ਚ ਹੀ ਫਸਿਆ ਹੋਇਆ। ਤੈਨੂੰ ਇਹ ਗਿਆਨ ਹੀ ਨਹੀਂ ਉਪਜਿਆ ਕਿ ਗੁਰਮੰਤਰ ਜਪ ਕੇ ਭਲਾ ਹੋ ਜਾਵੇਗਾ, ਭਾਵ ਭਗਤੀ ਵਿੱਚ ਜੁੜ ਜਾਵਾਂ। ਤੈਨੂੰ ਇਹ ਗਿਆਨ ਹੀ ਨਹੀਂ ਉਪਜਿਆ ਕਿ ਤੇਰੇ ਅੰਦਰ ਵਾਹਿਗੁਰੂ ਦੇ ਨਾਮ ਦਾ ਸੋਮਾ ਹੈ। ਤੈਨੂੰ ਇਹ ਗਿਆਨ ਹੀ ਨਹੀਂ ਉਪਜਿਆ ਤੇਰੇ ਅੰਦਰ ਕਿ ਛੁੱਟ ਜਾਵਾਂ ਇਸ ਜਿਹੜੇ ਹੈ ਨਵਾਂ ਦੁਆਰਾਂ ਵਾਲੀ ਦੇਹ ਤੋਂ। ਮਹਾਰਾਜ ਕਹਿੰਦੇ ਕੋਈ ਗੁਰੂ ਜੀ ਦੀ ਸੇਵਾ ਕਰਦਾ, ਗੁਰੂ ਧਾਰਨ ਕਰਦਾ ਤਾਂ ਫਿਰ ਤਾਂ ਗਿਆਨ ਉਪਜਦਾ ਨਾ, ਪਰ ਤੂੰ ਗੁਰੂ ਧਾਰਨ ਹੀ ਨਹੀਂ ਕੀਤਾ, ਕਿਹੜੀ ਖੋਟੀ ਮਤ ਧਾਰਨ ਕਰ ਛੱਡੀ ਹੈ। ਵੇਖ ਤੇਰੀ ਹਾਲਤ ਕੀ ਹੈ। ਮਹਾਰਾਜ ਕਹਿੰਦੇ ਨਹੀਂ ਤੈਨੂੰ ਕੋਈ ਗਿਆਨ ਵੀ ਨਹੀਂ ਉਪਜਿਆ, ਪਤਾ ਹੀ ਨਹੀਂ ਤੈਨੂੰ, ਗਾਫਲ ਹੈ, ਬਹੁਤ ਜ਼ਿਆਦਾ ਪਸ਼ੂਆਂ ਵਾਲੀ ਬਿਰਤੀ ਹੈ। ਕੀ ਕਰਨਾ ਆਇਆ ਸੰਸਾਰ 'ਚ, ਕੀ ਕਰੀ ਜਾਣਾ, ਕੁਝ ਗਿਆਨ ਉਪਜਿਆ ਹੀ ਨਹੀਂ, ਪੈਦਾ ਹੀ ਨਹੀਂ ਹੋਇਆ। ਘਟ ਹੀ ਮਾਹਿ ਨਿਰੰਜਨ ਤੇਰੇ ਘਟ ਹਿਰਦੇ ਦੇ ਅੰਦਰ ਨਿਰੰਜਨ, ਉਹ ਮਾਇਆ ਦੀ ਕਾਲਖ ਤੋਂ ਰਹਿਤ ਜਿਹੜਾ ਸੁੱਧ ਸਰੂਪ ਹੈ ਨਾ ਵਾਹਿਗੁਰੂ, ਉਹ ਤਾਂ ਮਹਾਰਾਜ ਕਹਿੰਦੇ ਤੇਰੇ ਘਟ ਹਿਰਦੇ ਦੇ ਅੰਦਰ ਵੈ, ਪਰ ਤੇਰੀ ਝਾਤੀ ਨਹੀਂ ਉਧਰ ਨੂੰ ਪੈਂਦੀ। ਤੇਰਾ ਤਾਂ ਧਿਆਨ ਪਰ ਇਸਤਰੀ ਦੇ ਰੂਪ ਵੇਖਣ ਵਿੱਚ ਲੱਗਾ ਹੋਇਆ, ਤੇਰਾ ਤਾਂ ਧਿਆਨ ਨਿੰਦਾ ਦੇ ਰਸ ਵਿੱਚ ਰਚਿਆ ਹੋਇਆ ਹੈ। ਮਹਾਰਾਜ ਕਹਿੰਦੇ ਨੇ ਤੇਰੀ ਇਹੋ ਜੀ ਹਾਲਤ ਵੈ, ਵਿਅਰਥ ਹੀ ਆਪਣੇ ਆਪ ਨੂੰ ਬਣਾ ਛੱਡਿਆ, ਰਾਤ ਦਿਨ ਤੈਨੂੰ ਮਾਇਆ ਦੇ ਇਕੱਠੀ ਕਰਨ ਦੀ ਚਿੰਤਾ ਲੱਗੀ ਰਹਿੰਦੀ ਹੈ। ਸਤਿਗੁਰੂ ਜੀ ਕਹਿੰਦੇ ਤੇਰੀ ਹਾਲਤ ਵੈ, ਤੂੰ ਬਿਨਾਂ ਹੀ ਜਿਹੜਾ ਕਾਰਨ ਤੋਂ ਇੰਨਾ ਜ਼ਿਆਦਾ ਫਸ ਗਿਆ। ਸਤਿਗੁਰੂ ਜੀ ਕਹਿੰਦੇ ਤੈਨੂੰ ਕੋਈ ਗਿਆਨ ਨਹੀਂ ਪੈਦਾ ਹੋਇਆ ਕਿ ਤੇਰੇ ਅੰਦਰ ਹੀ ਉਹ ਵਾਹਿਗੁਰੂ ਦਾ ਵਾਸ ਹੈ, ਤੇਰੇ ਹਿਰਦੇ ਵਿੱਚ ਵਸਦਾ ਹੈ ਉਹ ਸੁੱਧ ਸਰੂਪ। ਤੈ ਖੋਜਤ ਉਦਿਆਨਾ। ਤੇ ਜੇ ਤੈਨੂੰ ਕਦੇ ਆਉਂਦਾ ਵੀ ਹੈ ਮਨ ਦੇ ਅੰਦਰ ਉਹ ਗਦਾ ਬਰਾਗ, ਤੇ ਫਿਰ ਤੂੰ ਸੋਚਦਾ ਅੱਛਾ ਚੱਲ ਜੰਗਲਾਂ 'ਚ ਜਾਵਾਂਗੇ, ਇਕਾਂਤ 'ਚ ਭਜਨ ਕਰਾਂਗੇ। ਕੀ ਤੂੰ ਇਕਾਂਤ ਵਿੱਚ ਭਜਨ ਕਰਨਾ ਜੇ ਤੂੰ ਆਪਣੀ ਸਮਾਨ ਜ਼ਿੰਦਗੀ ਵਿੱਚ ਨਾਮ ਨਹੀਂ ਜਪਿਆ, ਤਾਂ ਕਿਰਤ ਕਰਦਿਆਂ ਭਜਨ ਨਹੀਂ ਕੀਤਾ, ਤਾਂ ਜਿਹੜੇ ਤੂੰ ਮਾਇਆ ਦੇ ਸੰਕਲਪ ਕਰ ਕਰਕੇ ਦੌੜ ਲਾਈ ਆ ਨਾ ਸਾਰੀ ਜ਼ਿੰਦਗੀ, ਉਹ ਫਿਰ ਤੂੰ ਕਹੇਂਗਾ ਕਿ ਹੁਣ ਮੈਨੂੰ ਜੰਗਲਾਂ ਵਿੱਚ ਜਾ ਕਰਕੇ ਭਜਨ ਵਿੱਚ ਸੁਰਤ ਲੱਗ ਜੇ। ਮਹਾਰਾਜ ਕਹਿੰਦੇ ਉੱਥੇ ਨਹੀਂ ਸੁਰਤ ਲੱਗਣੀ। ਫਿਰ ਤੈਂ ਖੋਜਤ ਉਦਿਆਨਾ, ਤੂੰ ਤਾਂ ਸੰਸਾਰ ਰੂਪੀ ਉਦਿਆਨ ਉਜਾੜ ਦੇ ਅੰਦਰ ਜਿਹੜਾ ਹੈ ਨਾ ਉਹ ਆਤਮਿਕ ਸੁੱਖ ਲੱਭਦਾ ਪਿਆ ਹੈ। ਤੂੰ ਵਿਸ਼ਿਆਂ ਵਿੱਚ ਸੁੱਖ ਲੱਭਦਾ ਪਿਆ, ਜਿਹੜੇ ਉਜਾੜ ਹੀ ਉਜਾੜ ਹੈ। ਸੰਸਾਰ ਉਦਿਆਨ ਹੈ, ਜੰਗਲ ਦੀ ਨਿਆਈ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਤੂੰ ਇਸ ਸੰਸਾਰ ਦੇ ਅੰਦਰ ਸੁੱਖ ਲੱਭਦਾ ਪਿਆ ਕਿ ਸੁੱਖ ਇਥੋਂ ਮਿਲ ਜਾਵੇ। ਬਾਹਰੀ ਤੌਰ ਤੇ ਜੰਗਲਾਂ ਵਿੱਚ ਭਟਕਣ ਨਾਲ ਵੀ ਨਹੀਂ ਵਾਹਿਗੁਰੂ ਮਿਲਦਾ, ਤੇ ਸਤਿਗੁਰੂ ਜੀ ਕਹਿੰਦੇ ਆ ਤੂੰ ਸੰਸਾਰ ਰੂਪੀ ਉਦਿਆਨ ਜੰਗਲ ਦੇ ਅੰਦਰ ਇਸ ਸੁੱਖ ਨੂੰ ਲੱਭਦਾ ਪਿਆ, ਪਰ ਇਥੋਂ ਨਹੀਂ ਇਹ ਸੁੱਖ ਪ੍ਰਾਪਤ ਹੋਣਾ। ਉਹ ਤਾਂ ਤੂੰ ਆਪਣੇ ਅੰਦਰ ਜੁੜ, ਆਪਣੇ ਆਪੇ ਨਾਲ ਜੁੜ, ਆਪਣੇ ਅੰਦਰ ਝਾਤੀ ਮਾਰ। ਇਹ ਮਨ ਦੀ ਜਿਹੜੀ ਬਿਰਤੀ ਹੈ ਨਾ ਬਾਹਰ ਮੁਖੀ ਹੋਈ ਰਹਿੰਦੀ ਹੈ। ਮਨ ਜਿੰਨਾ
ਇਹਦੀ ਸ਼ਕਤੀ ਬਾਹਰ ਨੂੰ ਵਗਦੀ ਰਹਿੰਦੀ ਹਰ ਵੇਲੇ, ਤੇ ਮਨ ਦੀ ਸ਼ਕਤੀ ਆਪਣੇ ਆਪ ਵੱਲ ਨੂੰ ਨਹੀਂ ਮੁੜਦੀ। ਵਾਹਿਗੁਰੂ ਜੀ ਦਾ ਭਜਨ ਕੀ ਕਰਦਾ ਹੈ? ਉਹ ਸਾਨੂੰ ਜਿਵੇਂ ਸ਼ੀਸ਼ੇ ਨਾਲ ਸਾਡੀ ਨਿਗਾਹ ਟਕਰਾ ਕੇ ਵਾਪਸ ਆਉਂਦੀ ਤਾਂ ਸਾਨੂੰ ਆਪਣਾ ਰੂਪ ਦਿਸਦਾ ਹੈ ਨਾ, ਇਸ ਤਰ੍ਹਾਂ ਭਜਨ ਰੂਪੀ ਸ਼ੀਸ਼ੇ ਵਿੱਚ ਮਨ ਦੀ ਸ਼ਕਲ ਦਿਸਦੀ ਹੈ। ਤੇ ਜਿਹੜੇ ਆਪਣੀ ਸ਼ਕਲ ਨੂੰ ਵੇਖਦੇ ਆ ਉਹੋ ਹੀ ਆਪਣੇ ਮਨ ਨੂੰ ਕਹਿੰਦੇ ਆ, ਮਨ ਰੇ ਕੌਣ ਕੁਮਤ ਤੈ ਲੀਨੀ, ਮਨਾ ਦੱਸ ਤੂੰ ਇਹ ਕਿਹੜੀ ਖੋਟੀ ਮੱਤ ਧਾਰਨ ਕਰ ਲਈ ਹੈ? ਕਿਨ ਦਿੱਤੀ ਹੈ ਤੈਨੂੰ ਇਹ ਖੋਟੀ ਮੱਤ? ਕਿੱਥੋਂ ਸਿੱਖ ਲਈ ਹੈ ਤੂੰ ਸਿੱਖਿਆ? ਗੁਰੂ ਜੀ ਨੇ ਇੰਨੀ ਸਿੱਖਿਆ ਦਿੱਤੀ ਹੈ, ਤੂੰ ਮਹਾਰਾਜ ਦੀ ਸਿੱਖਿਆ ਧਾਰਨ ਹੀ ਨਹੀਂ ਕਰਦਾ। ਮੁਕਤ ਪੰਥ ਜਾਣਿਓ ਤੈ ਨਾ ਹੈ, ਤੈਨੂੰ ਪਤਾ ਹੀ ਨਹੀਂ ਮੁਕਤੀ ਦਾ ਰਾਹ ਕੀ ਹੈ। ਬਣਿਆ ਫਿਰਦਾ ਤੂੰ ਬਾਹਰੋਂ ਗੁਰਮੁਖ, ਬਣਿਆ ਫਿਰਦਾ ਤੂੰ ਧਰਮੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਹ ਤੇਰੀ ਹਾਲਤ ਵੈ। ਤੇ ਜਦੋਂ ਮਨ ਦੀ ਬਿਰਤੀ ਅੰਤਰਮੁਖੀ ਹੁੰਦੀ ਹੈ ਨਾ, ਉਦੋਂ ਪਤਾ ਲੱਗਦਾ ਹੈ ਕਿ ਮੈਂ ਕਿੰਨਾ ਚੰਗਾ ਤੇ ਕਿੰਨਾ ਮਾੜਾ ਹਾਂ। ਜਦੋਂ ਅੰਤਰਮੁਖੀ ਬਿਰਤੀ ਹੁੰਦੀ, ਤੇ ਜਿਹਨੇ ਕਦੇ ਬਿਰਤੀ ਅੰਤਰਮੁਖੀ ਕੀਤੀ ਹੀ ਨਹੀਂ, ਉਹਨਾਂ ਆਪਣੇ ਮਨ ਨੂੰ ਕੀ ਪੁੱਛਣਾ? ਉਹਨ ਤਾਂ ਫਿਰ ਖੋਟੀ ਮੱਤ ਧਾਰਨ ਕੀਤੀ ਹੋਈ ਹੈ। ਉਹ ਤਾਂ ਕਦੇ ਮਨ ਵੱਲ ਵੇਖਦੇ ਹੀ ਨਹੀਂ, ਮਨ ਦੇ ਆਖੇ ਲੱਗ ਕੇ ਸਾਰੇ ਹੀ ਕੁਕਰਮ ਕਰਦੇ ਆ। ਜਿਨ੍ਹਾਂ ਨੇ ਗੁਰੂ ਜੀ ਦੇ ਉਪਦੇਸ਼ ਨੂੰ ਆਪਣੇ ਕੰਨਾਂ ਨਾਲ ਸੁਣਿਆ ਪਿਆਰ ਲਾ ਕੇ, ਤੇ ਸ਼ਬਦ ਦੇ ਸ਼ੀਸ਼ੇ ਵਿੱਚ ਆਪਣੀ ਸ਼ਕਲ ਵੇਖੀ ਨਾ, ਤੇ ਜਦੋਂ ਆਪਣੀ ਸ਼ਕਲ ਦਿਖੀ, ਮਨ ਦਾ ਸਰੂਪ ਦਿਸਿਆ, ਫਿਰ ਮਨ ਦੇ ਉੱਤੇ ਬਹੁਤ ਜ਼ਿਆਦਾ ਖਿਆਲ ਪਿਆ। ਤਾਂ ਮਨ ਵਿੱਚ ਉਸ ਸਮੇਂ ਝੂਰਨ ਲੱਗ ਪਏ ਕਿ ਮਹਾਰਾਜ ਮੈਂ ਤਾਂ ਐਡਾ ਪਾਪੀ ਹਾਂ, ਐਡੇ ਔਗਣਾਂ ਦਾ ਭਰਿਆ ਹੋਇਆ, ਮਹਾਰਾਜ ਮੈਨੂੰ ਬਖਸ਼ ਦਿਓ। ਸਤਿਗੁਰੂ ਜੀ ਫਿਰ ਉਹਨਾਂ ਨੂੰ ਬਖਸ਼ ਦਿੰਦੇ ਆ ਗਰੀਬ ਨਵਾਜ, ਕਿਉਂਕਿ ਮਹਾਰਾਜ ਨੂੰ ਦੇਰੀ ਨਹੀਂ ਲੱਗਦੀ ਬਖਸ਼ਣ ਲੱਗਿਆਂ। ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਆਪਣੇ ਮਨ ਦੇ ਉੱਤੇ ਝਾਤੀ ਮਾਰ, ਆਪਣੇ ਮਨ ਵੱਲ ਖਿਆਲ ਕਰ, ਤੂੰ ਕੀ ਕਰੀ ਜਾਂਦਾ? ਵੇਖ ਵਾਹਿਗੁਰੂ ਤੇਰੇ ਅੰਦਰ ਵਸਿਆ ਹੋਇਆ ਹੈ, ਤੇ ਤੂੰ ਬਾਹਰੋਂ ਸੁੱਖ ਭਾਲਦਾ ਹੈ ਕਿ ਪਦਾਰਥਾਂ ਦੇ ਇਕੱਠਿਆਂ ਕਰਨ ਨਾਲ ਸੁਖੀ ਹੋ ਜਾਵਾਂਗਾ, ਵਿਸ਼ੇ ਭੋਗਣ ਨਾਲ ਸੁਖੀ ਹੋ ਜਾਵਾਂਗਾ। ਜਿੰਨੇ ਅੱਗੇ ਭੋਗ ਲਏ ਆ, ਕੀ ਤੈਨੂੰ ਸੁੱਖ ਮਿਲ ਗਿਆ? ਫਿਰ ਵੀ ਤੂੰ ਭੁੱਖੇ ਦਾ ਭੁੱਖਾ ਹੀ ਹੈ ਨਾ। ਮਹਾਰਾਜ ਜੀ ਨੇ ਜਿਵੇਂ ਕੱਲ ਦੇ ਉਪਦੇਸ਼ ਵਿੱਚ ਕਿਹਾ ਸੀ ਕਿ ਮਨ ਕੀ ਮਨ ਹੀ ਮਾਹੇ ਰਹੀ, ਜਿੰਨੀਆਂ ਵਾਸ਼ਨਾਵਾਂ ਤੇ ਭੋਗੀਆਂ ਤੇ ਹੋਰ ਭੋਗਣ ਦੀ ਇੱਛਾ ਜਾਗਦੀ ਹੈ, ਤੇ ਮਨ ਦੀਆਂ ਮਨ 'ਚ ਹੀ ਰਹਿ ਜਾਂਦੀਆਂ। ਮਾਰਦਾ ਨਹੀਂ ਤੂੰ ਮਨ ਦੀ ਵਾਸ਼ਨਾ ਨੂੰ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਘਟ ਹੀ ਮਾਹਿ ਨਿਰੰਜਨ ਤੇਰਾ, ਤੇਰੇ ਘਟ ਹਿਰਦੇ ਦੇ ਅੰਦਰ ਸੁੱਧ ਸਰੂਪ ਵਾਹਿਗੁਰੂ ਦਾ ਵਾਸ ਹੈ। ਤੈ ਖੋਜਤ ਉਦਿਆਨਾ, ਤੇ ਤੂੰ ਐਵੇਂ ਜੰਗਲਾਂ ਵਿੱਚ ਭੌਂਦਾ ਫਿਰਦਾ ਹੈ ਬਾਹਰੋਂ ਰੂਪ ਬਣਾ ਕਰਕੇ ਕਿ ਮੈਂ ਸਾਧੂ ਹਾਂ, ਮੈਂ ਮਹਾਤਮਾ ਹਾਂ। ਜੰਗਲਾਂ ਵਿੱਚ ਭਟਕਿਆ ਹੋਇਆ ਕੀ ਮਿਲੇਗਾ? ਬਾਬਾ ਫਰੀਦ ਜੀ ਨੇ ਵੀ ਕਿਹਾ ਨਾ, ਫਰੀਦਾ ਜੰਗਲ ਜੰਗਲ ਕਿਆ ਭਵਹਿ, ਵਣ ਕੰਡਾ ਮੂੜੇਹ, ਵਸੀ ਰੱਬ ਹਿਆਲੀਐ, ਜੰਗਲ ਕਿਆ ਢੂੰਢੇਹ। ਕਹਿੰਦੇ ਨੇ ਫਰੀਦ ਤੂੰ ਕੀ ਜੰਗਲ ਵਿੱਚ ਲੱਭਦਾ ਫਿਰਦਾ ਹੈ? ਉਹ ਅੱਲਾ ਤਾਂ ਤੇਰੇ ਹਿਰਦੇ ਵਿੱਚ ਵਸਦਾ ਹੈ, ਉਹਦਾ ਤਾਂ ਤੇਰੇ ਅੰਦਰ ਵਾਸ ਹੈ। ਕੀ ਕਰ ਲਿਆ ਤੂੰ ਜੰਗਲਾਂ ਵਿੱਚ ਭੌਂ ਭੌਂ ਕਰਕੇ? ਸੰਗੋ ਜੰਗਲਾਂ ਦੇ ਕੰਡੇ ਹੀ ਫੇ ਛੱਡੇ ਆ, ਕੋਈ ਫਾਇਦਾ ਤਾਂ ਨਹੀਂ ਨਾ ਕੀਤਾ। ਇਹ ਆਪਣੇ ਮਨ ਨੂੰ ਬਰਾਗਮਈ ਉਪਦੇਸ਼ ਫਰੀਦ ਜੀ ਵੀ ਦਿੰਦੇ ਹੋਏ ਸਮਝਾਉਂਦੇ ਹਨ, ਸਿੱਖਿਆ ਦਿੰਦੇ ਆ ਕਿ ਵਸੀ ਰੱਬ ਹਿਆਲੀ ਹੈ, ਵਾਹਿਗੁਰੂ ਹਿਰਦੇ ਵਿੱਚ ਵਸਦਾ, ਜੰਗਲ ਕਿਆ ਢੂੰਡੇ? ਕੀ ਤੂੰ ਜੰਗਲਾਂ ਚੋਂ ਲੱਭਦਾ ਫਿਰਦਾ ਏ? ਬਹੁਤ ਜਨਮ ਭਰਮਤ ਤੈ ਹਾਰਿਓ। ਹਜ਼ੂਰ ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਬਹੁਤ ਜਨਮ ਭਰਮਤ ਤੈ ਹਾਰਿਓ। ਭਟਕਦਿਆਂ ਭਟਕਦਿਆਂ ਪਰਾਈਆਂ ਇਸਤਰੀਆਂ ਦੇ ਰੂਪ ਵੇਖਦਿਆਂ ਤੂੰ ਅੱਗੇ ਵੀ ਬੜੇ ਜਨਮ ਹਾਰ ਗਿਆ। ਧਨ ਇਕੱਠਾ ਕਰਦਿਆਂ ਕਰਦਿਆਂ ਤੂੰ ਅੱਗੇ ਵੀ ਬੜੇ ਜਨਮ ਹਾਰ ਗਿਆ ਹੈ। ਮਹਾਰਾਜ ਕਹਿੰਦੇ ਨੇ, ਗਾਫਲਤਾਈ ਵਿੱਚ ਸੁੱਤਾ ਪਿਆ ਤੂੰ ਬੜੇ ਅੱਗੇ ਵੀ ਜਨਮ ਹਾਰ ਗਿਆ ਹੈ। ਭਰਮਤ ਮਹਾਰਾਜ ਕਹਿੰਦੇ ਨੇ, ਬਹੁਤ ਜਨਮ ਭਰਮਤ ਤੈ ਹਾਰਿਓ। ਬਹੁਤ ਜਨਮ, ਇੱਕ ਨਹੀਂ ਬਹੁਤ ਸਾਰੇ, ਨਾ ਗਿਣੇ ਜਾਣ ਵਾਲੇ ਜਨਮ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਤੂੰ ਅੱਗੇ ਵੀ ਹਾਰ ਚੁੱਕਾ ਹੈ। ਕਿਉਂਕਿ ਸਾਰੀਆਂ ਹੀ ਜੂਨਾਂ ਜਿਹੜੀਆਂ ਹਾਰ ਕੇ ਹੀ ਜਾਣ ਵਾਲੀਆਂ, ਭਜਨ ਨਹੀਂ ਹੁੰਦਾ। ਪਰ ਮਹਾਰਾਜ ਕਹਿੰਦੇ ਤੂੰ ਇਹ ਮਨੁੱਖਾ ਜਨਮ ਵੀ ਬੜੀ ਵਾਰੀ ਹਾਰ ਗਿਆ ਹੈ। ਤੇ ਇੰਨੀ ਵਾਰੀ ਤੂੰ ਮਨੁੱਖਾ ਜਨਮ ਜੇ ਭਰਮਦਾ ਵਿਕਾਰਾਂ ਵਿੱਚ ਭਰਮਦਾ ਹੋਇਆ, ਤੇ ਆਪਣੇ ਪਰਿਵਾਰ ਦੇ ਮੋਹ ਵਿੱਚ ਭਟਕਦਿਆਂ ਹੋਇਆ
ਮਹਾਰਾਜ ਕਹਿੰਦੇ ਬੜੇ ਹੀ ਜਨਮ ਤੂੰ ਅੱਗੇ ਗਵਾ ਲਏ ਆ, ਅਸਥਿਰ ਮਤ ਨਹੀਂ ਪਾਈ। ਤੇ ਅਜੇ ਵੀ ਸੁਰਤ ਨੂੰ ਟਿਕਾਉਣ ਵਾਲੀ ਮਤ ਤੂੰ ਪਾਈ ਨਹੀਂ। ਸੁਰਤ ਤੇਰੀ ਅਜੇ ਵੀ ਨਹੀਂ ਟਿਕਦੀ। ਵੇਖ ਇਹ ਤੂੰ ਜਨਮ ਪਾਇਆ ਨਾ, ਤੇ ਟਿਕੇ ਰਹਿਣ ਵਾਲੀ ਮਤ ਤੈਨੂੰ ਅਜੇ ਵੀ ਨਹੀਂ ਮਿਲੀ। ਚੰਚਲ ਮਤ ਹੈ ਤੇਰੀ। ਤੇ ਮਹਾਰਾਜ ਕਹਿੰਦੇ ਇਸ ਚੰਚਲ ਮਤ ਨਾਲ ਤੈਨੂੰ ਸੁੱਖ ਮਿਲ ਜਾਏਗਾ। ਮਾਇਆ ਵਿੱਚ ਲੱਗਿਆ ਹੋਇਆ ਸਗੋਂ ਚੰਚਲ ਰਹੇਗੀ। ਵਿਸ਼ਿਆਂ ਵਿੱਚ ਲੱਗਿਆ ਹੋਇਆ ਮਤ ਸਦਾ ਚੰਚਲ ਰਹੇਗੀ। ਅਸਥਿਰ ਮਤ ਨਹੀਂ ਪਾਈ। ਅਸਥਿਰ ਹੋਣ ਵਾਲੀ ਮਤ ਤੂੰ ਨਹੀਂ ਪਾਈ ਕਿ ਜਿਸ ਮਤ ਕਰਕੇ ਤੈਨੂੰ ਜੂਨਾਂ ਵਿੱਚ ਨਾ ਭਟਕਣਾ ਪਵੇ। ਇਹ ਸਹਾਰਾ ਤੇਰਾ ਆਵਾਗਾਉਣ ਦਾ ਚੱਕਰ ਮੁੱਕ ਜਾਵੇ, ਅਸਥਿਤੀ ਹੋ ਜਾਵੇ, ਟਿਕਾ ਮਿਲ ਜਾਵੇ, ਸੁੱਖ ਮਿਲ ਜਾਵੇ, ਸ਼ਾਂਤੀ ਮਿਲ ਜਾਵੇ। ਇਹ ਮਤ ਤਾਂ ਪਾਈ ਨਹੀਂ। ਮਹਾਰਾਜ ਕਹਿੰਦੇ ਭਾਈ ਜੇ ਤੂੰ ਇਹ ਖੋਟੀ ਮਤ ਧਾਰਨ ਕਰ ਲਈ ਹੈ, ਤੂੰ ਕਿਸੇ ਨੂੰ ਪੁੱਛ ਵੇਖ ਕਿ ਪਰ ਇਸਤਰੀ ਨੂੰ ਭੋਗਣੇ ਕਰਕੇ ਇੰਦਰ ਵਰਗਿਆਂ ਨੂੰ ਵੀ ਸੁੱਖ ਹੋਇਆ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਕਿ ਜਿਹੜਾ ਸੀ ਗੌਤਮ ਨਾਰ ਅਹਲਿਆ ਇਸਤਰੀ, ਜਿਹੜੀ ਗੌਤਮ ਦੀ ਘਰ ਵਾਲੀ ਸੀ, ਤਿਸ ਦੇਖ ਅੰਦਰ ਲੁਭਾਇਆ। ਉਹਨੂੰ ਇੰਦਰ ਵੇਖ ਕੇ ਲੁਭਾਏਮਾਨ ਹੋਇਆ ਸੀ। ਸਹਸ ਸਰੀਰ ਚਿਹਨ ਪਗ ਹੋਏ ਤਾਂ ਮਨ ਪਛੋਤਾਇਆ। ਤਾਂ ਮਨ ਦੇ ਅੰਦਰ ਪਛਤਾਵਾ ਉਹਨੂੰ ਲੱਗਾ ਸੀ। ਸਾਰੇ ਸਰੀਰ ਦੇ ਉੱਤੇ ਕੋੜ ਹੋ ਗਿਆ ਸੀ। ਜਿਹੜਾ ਸੀ ਭਗਾਂ ਦੇ ਨਿਸ਼ਾਨ ਬਣ ਗਏ ਸੀ ਸਾਰੇ ਸਰੀਰ ਦੇ ਅੰਦਰ। ਇਸੇ ਕਰਕੇ ਮਹਾਰਾਜ ਨੇ ਕਿਹਾ ਕੋਈ ਜਾਣ ਨਾ ਭੁੱਲੇ ਭਾਈ, ਕਿ ਭਾਈ ਕੋਈ ਇਉਂ ਭੁੱਲ ਕੇ ਵੀ ਗਲਤੀ ਨਾ ਕਰ ਲਿਓ। ਜੇ ਕਰਕੇ ਮਹਾਰਾਜ ਕਹਿੰਦੇ ਵੇਖ ਕਿੰਨੇ ਜਨਮ ਤਾਂ ਗਵਾ ਲਏ, ਵਿਅਰਥ ਮਰ ਮਰ ਕੇ ਨਰਕਾਂ 'ਚ ਪੈਂਦਾ ਰਹੋ, ਸਜ਼ਾਵਾਂ ਭੋਗ ਭੋਗ ਕਰਕੇ ਫਿਰ ਨਹੀਂ ਤੇਰੇ ਪੁੰਨ ਕਰਮ ਨਿਕਲ ਆਉਂਦੇ ਸੀ, ਤੇ ਫਿਰ ਤੈਨੂੰ ਮਨੁੱਖਾ ਜਨਮ ਮਿਲ ਜਾਂਦਾ, ਤੇ ਫਿਰ ਤੂੰ ਇਹੋ ਜਿਹੇ ਕੁਕਰਮਾਂ ਵਿੱਚ ਲੱਗਾ ਰਹਿਣਾ ਹੈ। ਮਾਇਆ ਦੇ ਸੰਕਲਪ ਤੇਰੇ ਫਿਰ ਨਹੀਂ ਛੁੱਟਦੇ। ਅਸਥਿਰ ਮਤ ਨਹੀਂ ਪਾਈ, ਤੂੰ ਟਿਕੇ ਰਹਿਣ ਵਾਲੀ ਮਤ ਪਾਈ ਨਹੀਂ, ਜਿਸ ਕਰਕੇ ਕਿ ਸ਼ਾਂਤੀ ਆ ਜਾਵੇ। ਕਿਹਨੂੰ ਸ਼ਾਂਤੀ ਮਿਲੀ ਹੈ? ਇੰਦਰ ਵਰਗਿਆਂ ਨੂੰ ਜੇ ਨਹੀਂ ਮਿਲੀ ਤੇ ਤੂੰ ਕਿੱਥੋਂ ਸ਼ਾਂਤੀ ਭਾਲਦਾ ਹੈ? ਕਿੱਥੇ ਸੁੱਖ ਮੰਨੀ ਬੈਠਾ ਹੈ? ਨਿੰਦਿਆ ਦੇ ਕਰਨੇ ਕਰਕੇ ਵੱਡਿਆਂ ਵੱਡਿਆਂ ਦੇ ਜਪ ਤਪ ਨਾਸ਼ ਹੋ ਗਏ। ਤੂੰ ਕਿਹੜੇ ਬਾਗ ਦੀ ਮੂਲੀ ਹੈ ਫਿਰ ਨਿੰਦਿਆ ਦੇ ਰਸ ਵਿੱਚ ਲੱਗਾ ਹੋਇਆ ਹੈ? ਮਹਾਰਾਜ ਕਹਿੰਦੇ ਨੇ ਕਿਸੇ ਦੇ ਪ੍ਰਤਾਪ ਨੂੰ ਨਾਸ਼ ਕਰਨ ਲਈ ਨਿੰਦਿਆ ਕਰਦਾ। ਜੇ ਕਿਸੇ ਦੇ ਮਨ ਨੂੰ ਤਾਵੇਂਗਾ ਨਾ, ਦੁੱਖ ਦੇਵੇਂਗਾ, ਤੇਰਾ ਆਪਣਾ ਹਿਰਦਾ ਵੀ ਸਦਾ ਬਲਦਾ ਹੀ ਰਹੇਗਾ। ਸਦਾ ਅੱਗ ਦੇ ਵਾਂਗੂ ਭਾਂਬੜ ਮੱਚਦੇ ਹੀ ਰਹਿਣਗੇ ਅੰਦਰ। ਪਰ ਤੂੰ ਕੰਮ ਹੀ ਇਹੋ ਜਿਹੇ ਕਰਦਾ ਜਿਸ ਕਰਕੇ ਤੈਨੂੰ ਸੁਰਤ ਵਿੱਚ ਟਿਕਾ ਨਹੀਂ ਮਿਲਦਾ ਹੈ। ਕਿੱਥੋਂ ਟਿਕਾ ਮਿਲੇ ਜੇ ਤੂੰ ਨਿੰਦਿਆ ਨੇ ਕਦੇ ਕਿਸੇ ਨੂੰ ਟਿਕਾ ਦਿੱਤਾ ਹੈ? ਨਿੰਦਿਆ ਨਾਲ ਕਦੇ ਕਿਸੇ ਦੀ ਸੁਰਤ ਇਕਾਗਰ ਹੋਈ ਹੈ? ਨਹੀਂ ਇਕਾਗਰ ਹੁੰਦੀ। ਇਹ ਵਿਸ਼ੇ ਵਿਕਾਰ, ਇਹ ਨਿੰਦਿਆ ਦੇ ਰਸ ਮਹਾਰਾਜ ਕਹਿੰਦੇ ਭਾਈ ਕਿਸੇ ਦੇ ਮਨ ਨੂੰ ਟਿਕਣ ਨਹੀਂ ਦਿੰਦੇ ਹਨ, ਭਟਕਾ ਦਿੰਦੇ ਐ, ਮਨ ਚੰਚਲ ਕਰਦੇ ਐ। ਤੂੰ ਵੇਖ ਲੈ ਮਨੁੱਖਾ ਜਨਮ ਪਾਇਆ ਤੇ ਫਿਰ ਵੀ ਤੈਨੂੰ ਅਜੇ ਤੱਕ ਤੇਰੀ ਮਤ ਵਿੱਚ ਅਸਥਿਰਤਾ ਨਹੀਂ ਪ੍ਰਾਪਤ ਹੋਈ। ਹੋਰ ਤਾਂ ਤੈਨੂੰ ਸਾਰੇ ਤਰੀਕੇ ਆ ਗਏ, ਸੁਰਤ ਦੇ ਟਿਕਾਉਣ ਦਾ ਤੈਨੂੰ ਅਜੇ ਤੱਕ ਨਹੀਂ ਪਤਾ ਲੱਗਾ। ਭਜਨ ਵਿੱਚ ਇੱਕ ਮਿਕ ਹੁੰਦਾ ਨਹੀਂ, ਬੁੱਢਾ ਹੋ ਗਿਆ ਜੇ ਵੀ ਤਰੀਕੇ ਪੁੱਛਦਾ ਫਿਰਦਾ ਜੀ ਨਾਮ ਕਿਵੇਂ ਜਪੀਦਾ ਹੈ। ਗੁਰੂ ਨਾਨਕ ਸਾਹਿਬ ਦੀ ਸਿੱਖੀ ਵਿੱਚ ਤੇਰਾ ਜਨਮ ਹੋਇਆ ਤੇ ਅਜੇ ਤੱਕ ਤੈਨੂੰ ਇਹ ਨਹੀਂ ਪਤਾ ਕਿ ਸ਼ਬਦ ਦੇ ਸੁਰਤ ਦਾ ਮੇਲ ਕਿਵੇਂ ਹੁੰਦਾ ਹੈ, ਗੁਰਮੁਖ ਦਾ ਜੀਵਨ ਕਿਵੇਂ ਨਿਰਲੇਪ ਹੁੰਦਾ ਹੈ। ਮਹਾਰਾਜ ਕਹਿੰਦੇ ਨਹੀਂ ਪਤਾ ਤਾਂ ਹੁਣ ਵੀ ਕੀ ਵਿਗੜਿਆ ਹੈ। ਗੁਰੂ ਜੀ ਦੀ ਬਾਣੀ ਪੜ੍ਹਿਆ ਕਰ, ਸੱਚੇ ਦਿਲ ਤੋਂ ਮਹਾਰਾਜ ਨਾਲ ਜੁੜਿਆ ਕਰ। ਅੰਮ੍ਰਿਤ ਵੇਲੇ ਉੱਠ ਕੇ ਭਾਵੇਂ 15 ਮਿੰਟ ਹੀ ਵਾਹਿਗੁਰੂ ਜਪਿਆ ਕਰ, ਜਪਿਆ ਤਾਂ ਕਰਨਾ। ਜੇ ਮਹਾਰਾਜ ਵਾਸਤੇ ਮਿਲਣ ਲਈ ਤੇਰੇ ਕੋਲ 15 ਮਿੰਟ ਵੀ ਹੈ ਨਹੀਂ ਤੇ ਫਿਰ ਝੂਠ ਦੀ ਸਿੱਖੀ ਹੈ ਤੇਰੇ ਕੋਲ, ਵਿਖਾਵੇ ਦਾ ਸਾਰਾ ਤੇਰਾ ਜੀਵਨ ਹੈ, ਪਖੰਡ ਕਰਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਤੂੰ ਅਸਥਿਰ ਮਤ ਪਾਈ ਨਹੀਂ, ਭਜਨ ਵਿੱਚ ਟਿਕਾਉਣ ਵਾਲੀ ਮਤ ਪਾਈ ਨਹੀਂ, ਚੰਚਲ ਮਤ ਪਾ ਛੱਡੀ ਹੈ। ਨਿਤਨੇਮ ਵੀ ਕਰਦਾ ਤਾਂ ਵੀ ਤੇਰਾ ਮਨ ਟਿਕਦਾ ਨਹੀਂ। ਕਿਉਂ ਨਹੀਂ ਟਿਕਦਾ? ਕਿਉਂਕਿ ਤੂੰ ਟਿਕੇ ਰਹਿਣ ਵਾਲੀ ਮਤ ਧਾਰਨੀ ਨਹੀਂ ਕੀਤੀ। ਸੱਚੇ ਪਾਤਸ਼ਾਹ ਕਹਿੰਦੇ ਨੇ ਤੇਰੀ ਸੁਰਤ ਟਿਕੀ ਨਹੀਂ ਅਜੇ ਤੱਕ, ਕਿ ਤੂੰ ਮਤ ਹੀ ਨਹੀਂ ਪਾਈ, ਇਹ ਸਿੱਖਿਆ ਹੀ ਨਹੀਂ ਗੁਰੂ ਜੀ ਦੀ ਪਾਈ ਕਿ ਸ਼ਬਦ ਵਿੱਚ ਜੁੜ ਕੇ ਮਤ ਟਿਕਦੀ ਆ, ਅਸਥਿਰ ਹੁੰਦੀ ਆ। ਮਾਨਸ ਦੇਹ ਪਾਏ ਪਦ ਹਰ ਭਜ। ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਮੈਨੂੰ ਹੁਣ ਦੱਸੋ ਕਿ ਮਹਾਰਾਜ ਮੇਰਾ ਭਲਾ ਕਿਵੇਂ ਹੋਵੇ। ਹਜੂਰ ਕਹਿੰਦੇ ਤੂੰ ਮਨੁੱਖਾ ਦੇਹ ਪਾਈ ਹੈ ਨਾ,
ਤੇ ਇਹਨੂੰ ਅਜਾਈ ਨਾ ਗਵਾ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਹਜੂਰ ਸਾਨੂੰ ਸਿੱਖਿਆ ਦਿੰਦੇ ਐ। ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਹੋਣ ਕਰਕੇ ਸਤਿਗੁਰੂ ਜੀ ਦੇ ਪਵਿੱਤਰ ਉਪਦੇਸ਼ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰੂ ਜੀ ਕਹਿੰਦੇ ਐ, ਜੇ ਮਨੁੱਖਾ ਦੇ ਤੈਨੂੰ ਮਿਲੀ ਐ, ਤੂੰ ਪਾ ਲਈ ਐ, ਤੇ ਫਿਰ ਮਹਾਰਾਜ ਦੇ ਜਿਹੜੇ ਪਦ ਚਰਨ ਹਨ ਨਾ, ਉਹਨਾਂ ਦੇ ਚਰਨਾਂ ਦਾ ਭਜਨ ਕਰ। ਵਾਹਿਗੁਰੂ ਦੇ ਚਰਨਾਂ ਨਾਲ ਸੱਚੇ ਪਾਤਸ਼ਾਹ ਕਹਿੰਦੇ ਆਪਣੀ ਸੁਰਤ ਜੋੜ। ਜਦੋਂ ਤੂੰ ਨਹੀਂ ਵੀ ਜੁੜਦੀ ਤੇ ਪਰ ਗੁਰਮੰਤਰ ਜਪੇਗਾ ਨਾ, ਗੁਰੂ ਜੀ ਦਾ ਦਿੱਤਾ ਹੋਇਆ ਮੰਤਰ, ਇਸ ਮੰਤਰ ਦੇ ਜਪਦਿਆਂ ਹੀ ਤੇਰਾ ਧਿਆਨ ਜਿਹੜਾ ਨਾ ਪ੍ਰੀਤ ਨਾਲ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਜਾਵੇਗਾ, ਤੇ ਚਰਨਾਂ ਨਾਲ ਜੁੜਨ ਕਰਕੇ ਤੈਨੂੰ ਟਿਕੇ ਰਹਿਣ ਵਾਲੀ ਸੁਰਤ ਮਿਲ ਜਾਣੀ ਹੈ। ਫਿਰ ਇੱਕ ਰਸ ਟਿਕ ਜਾਵੇਂਗਾ, ਫਿਰ ਉੱਥੇ ਦਿਨ ਰਾਤ ਦਾ ਨਹੀਂ ਪਤਾ ਲੱਗਣਾ, ਦੇਸ਼ ਕਾਲ ਵਸਤੂ ਸਭ ਭੁੱਲ ਜਾਵੇਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਜੇ ਤੂੰ ਮਨੁੱਖਾ ਦੇਹ ਪਾਈ ਹੈ ਤੇ ਤੇਰੀ ਦੇਹ ਦਾ ਪ੍ਰਯੋਜਨ ਕੀ ਹੈ ਕਿ ਵਾਹਿਗੁਰੂ ਨੂੰ ਖੋਜ ਲੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਵਾਹਿਗੁਰੂ ਦੇ ਚਰਨਾਂ ਕਮਲਾਂ ਦਾ ਭਜਨ ਕਰ ਲੈ ਜੇ ਤੂੰ ਮਨੁੱਖਾ ਦੇਹ ਪਾ ਲਈ ਐ। ਨਾਨਕ ਬਾਤ ਬਤਾਈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਗੁਰੂ ਨਾਨਕ ਸਾਹਿਬ ਜੀ ਨੇ ਬਾਤ ਬਤਾਈ ਹੈ। ਇਹ ਗੱਲ ਗੁਰੂ ਨਾਨਕ ਸਾਹਿਬ ਦੱਸੀ ਹੈ ਕਿ ਮਨੁੱਖਾ ਦੇਹ ਦਾ ਹੋਰ ਕੋਈ ਪ੍ਰਯੋਜਨ ਨਹੀਂ। ਤੇਰੀ ਦੇਹ ਦਾ ਪ੍ਰਯੋਜਨ ਇਹ ਹੈ ਕਿ ਪਰਾਈਆਂ ਇਸਤਰੀਆਂ ਦੇ ਰੂਪ ਵੇਖ। ਤੇਰੀ ਦੇਹ ਦਾ ਪ੍ਰਯੋਜਨ ਇਹ ਹੈ ਕਿ ਵਕਾਰਾਂ ਦੇ ਫੁਰਨੇ ਅੰਦਰ ਕਰੀ ਜਾ, ਕਿ ਇਹ ਪ੍ਰਯੋਜਨ ਹੈ ਕਿ ਨਿੰਦਾ ਕਰਨ ਵਾਸਤੇ ਤੂੰ ਇਸ ਸੰਸਾਰ ਵਿੱਚ ਆਇਆ। ਜਦੋਂ ਇੱਥੇ ਸੰਸਾਰ ਵਿੱਚ ਤਾਂ ਮਹਾਰਾਜ ਨੇ ਕਿਹਾ, ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮੁਨ ਜਨ ਸੇਵਾ। ਤੇ ਫਿਰ ਤੂੰ ਇੱਥੇ ਨਿੰਦਿਆ ਕਰਨ ਲਈ ਆਇਆ। ਬਰਾਗ ਧਾਰਨ ਕਰ ਇਸ ਸੰਸਾਰ ਨੂੰ ਸਭ ਨੇ ਛੱਡ ਕੇ ਚਲੇ ਜਾਣਾ, ਕਿਉਂ ਕਿਸੇ ਦੀ ਨਿੰਦਾ ਕਰਦਾ ਹੈ। ਫਿਰ ਮਹਾਰਾਜ ਕਹਿੰਦੇ, ਮੁਕਤੀ ਦਾ ਤੇਰੇ ਅੰਦਰ ਉਤਸ਼ਾਹ ਨਹੀਂ ਜਾਗਿਆ, ਚਾਹਨਾ ਨਹੀਂ ਜਾਗੀ ਹੈ, ਤੇਰੀ ਕੀ ਹਾਲਤ ਹੈ। ਵੇਖ ਤੈਨੂੰ ਇਹ ਬਾਤ ਬਤਾਈ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਇਹ ਗੱਲ ਤੈਨੂੰ ਗੋਝ ਦੱਸਦੇ ਆ ਕਿ ਤੇਰੀ ਮਨੁੱਖਾ ਦੇਹ ਦਾ ਪ੍ਰਯੋਜਨ ਕੀ ਹੈ। ਵਾਹਿਗੁਰੂ ਦਾ ਨਾਮ ਜਪ ਲੈ, ਭਜਨ ਕਰ ਲੈ। ਇਹ ਮਹਾਰਾਜ ਕਹਿੰਦੇ ਤੈਨੂੰ ਬੜੀ ਜਿਹੜੀ ਹੈ ਨਾ ਉਹ ਜੀ ਲਾ ਕੇ ਅਸੀਂ ਬਾਤ ਬਤਾਈ ਹੈ, ਦਿਲ ਦੀ ਗੱਲ ਤੈਨੂੰ ਦੱਸੀ ਹੈ ਕਿ ਮਾਨਸ ਦੇ ਪਾਏ ਪਦ ਹਰ ਭਜ। ਵਾਹਿਗੁਰੂ ਦਾ ਜਿਹੜੇ ਪਵਿੱਤਰ ਚਰਨ ਹਨ ਨਾ ਪਰਮੇਸ਼ਰ ਦੇ, ਉਹਦਾ ਦਾ ਤੂੰ ਚਿੰਤਨ ਕਰ ਲੈ। ਵਾਹਿਗੁਰੂ ਦੇ ਚਰਨਾਂ ਕਮਲਾਂ ਨਾਲ ਆਪਣਾ ਚਿੱਤ ਜੋੜ ਲੈ। ਇਹੀ ਤੇਰੀ ਮਨੁੱਖਾ ਦੇਹੀ ਦਾ ਮੁੱਖ ਪ੍ਰਯੋਜਨ ਹੈ। ਬਾਕੀ ਸਾਰੇ ਕੰਮ ਤੇਰੇ ਕੀਤੇ ਹੋਏ ਕਿਸੇ ਵੀ ਕੰਮ ਨਹੀਂ ਆਉਣਗੇ, ਤੇਰਾ ਕੁਝ ਸਵਾਰ ਨਹੀਂ ਸਕਣਗੇ। ਇਹ ਸਤਿਗੁਰੂ ਜੀ ਨੇ ਪਾਵਨ ਉਪਦੇਸ਼ ਗਰੀਬ ਨਵਾਜ ਜੀ ਨੇ ਸੋਠ ਰਾਗ ਦਾ ਤੀਸਰਾ ਸ਼ਬਦ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ। ਅਗਲੇ ਸ਼ਬਦ ਵਿੱਚ ਮਹਾਰਾਜ ਜੀ ਵਾਹਿਗੁਰੂ ਦੀ ਸ਼ਰਨ ਲੈਣ ਵਾਸਤੇ ਮਹਾਰਾਜ ਆਗਿਆ ਕਰਨਗੇ। ਕੱਲ ਨੂੰ ਸਰਵਣ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਬਹੁਤ ਜਨਮ ਭਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ। ਮਾਨਸ ਦੇਹ ਪਾਏ, ਮਾਨਸ ਦੇਹ ਪਾਏ ਪਦ ਹਰ ਭਜ। ਨਾਨਕ ਬਾਤ ਬਤਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ, ਗੁਰੂ ਤੇਗ ਬਹਾਦਰ ਸਿਮਰਿਐ। ਘਰ ਨਾਉ ਨਿਦ ਆਵੈ ਧਾਏ, ਘਰ ਨਾਉ ਨਿਦ ਆਵੈ ਧਾਏ। ਘਰ ਨਉ ਨਿਦ ਆਵੈ ਧਾਏ, ਘਰ ਨਉ ਨਿਦ ਆਵੈ ਧਾਏ। ਘਰ ਨਾਉ ਨਿਦ ਆਵੈ ਧਾਏ, ਘਰ ਨਾਉ ਨਿਦ ਆਵੈ ਧਾਏ। ਘਰ ਨਉ ਨਿਦ ਆਵੈ ਧਾਏ,
ਘਰ ਨਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।